ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਅਪਾਰ ਭਰੇ ਪਾਇਓ ਅਪਾਰ, ਰਿਦ ਅੰਤਰ ਤਾਰਿਓ। ਦੁਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਔਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਕੱਲ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਮਹੱਲੇ ਚੌਥੇ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1397 ਦੇ ਉੱਪਰ ਸੁਭਾਇਮਾਨ ਹੈ। ਅੱਜ ਭੱਟ ਕੱਲ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਦੇ ਅੰਦਰ ਜੋ ਬਚਨ ਉਚਾਰਨ ਕੀਤੇ, ਉਹਦੇ ਵਿੱਚ ਨਾ ਭੱਟ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਗੁਰੂ ਰਾਮਦਾਸ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ ਜੀ ਬੜੀ ਅਪਾਰ ਤਾਕਤ ਔਰ ਸਮਰੱਥਾ ਦੇ ਮਾਲਕ ਨੇ। ਇੰਨੇ ਸਮਰੱਥ ਨੇ ਕਿ ਉਹ ਖਾਲੀਆਂ ਨੂੰ ਵੀ ਭਰ ਦੇਣ ਵਾਲੇ ਨੇ। ਅਭਰ ਲਫ਼ਜ਼ ਵਰਤਿਆ ਜਾਂਦਾ ਜਿਹੜੇ ਨਾ ਭਰੇ ਜਾਣ ਵਾਲੇ ਹੋਣ, ਜਿਨ੍ਹਾਂ ਨੂੰ ਭਰਿਆ ਨਹੀਂ ਜਾ ਸਕਦਾ।
ਹੁਣ ਥੋੜਾ ਜਿਹਾ ਤਵੱਜੋਂ ਦੇ ਕੇ ਸਮਝਿਓ। ਇੱਕ ਹੈ ਖਾਲੀ, ਖਾਲੀ ਨੂੰ ਕੋਈ ਵੀ ਭਰ ਸਕਦਾ ਹੈ, ਤੇ ਇੱਕ ਨਾ ਭਰਿਆ ਜਾਣ ਵਾਲਾ, ਜਿਹਨੂੰ ਭਰਿਆ ਨਹੀਂ ਜਾ ਸਕਦਾ। ਹੈ ਉਹ ਵੀ ਖਾਲੀ, ਪਰ ਉਹਦੇ ਨਾਲ ਇੱਕ ਲਫ਼ਜ਼ ਇਹ ਵੀ ਜੁੜ ਰਿਹਾ ਵੀ ਇਹ ਕਦੇ ਭਰਿਆ ਨਹੀਂ ਜਾ ਸਕਦਾ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ੋਭਾ ਵਡਿਆਈ ਕੀਤੀ ਭੱਟ ਕੱਲ ਜੀ ਨੇ, ਤੇ ਉਹ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੁਹਾਡੀ ਵਡਿਆਈ, ਤੁਹਾਡੀ ਸ਼ੋਭਾ, ਤੇ ਤੁਸੀਂ ਐਡੇ ਸਮਰੱਥ ਹੋ, ਤੁਸੀਂ ਉਹਨਾਂ ਨੂੰ ਵੀ ਭਰ ਦਿੰਦੇ ਹੋ ਜਿਹੜੇ ਅਭਰ ਨੇ, ਜਿਨ੍ਹਾਂ ਨੂੰ ਭਰਿਆ ਹੀ ਨਹੀਂ ਜਾ ਸਕਦਾ। ਤੁਹਾਡੇ ਕੋਲ ਇੰਨੀ ਸਮਰੱਥਾ ਹੈ ਕਿ ਤੁਸੀਂ ਅਪਹਰ ਜੀਵ ਜਿਹੜੇ ਨੇ, ਉਹਨਾਂ ਅਪਹਰ ਜੀਵਾਂ ਨੂੰ ਵੀ ਭਰ ਦੇਣ ਵਾਲੇ ਹੋ। ਪਾਇਓ ਅਪਾਰ, ਤੁਸੀਂ ਅਪਾਰ ਮਾਲਕ ਨੂੰ ਹਾਸਲ ਕੀਤਾ, ਜਿਹਦਾ ਕੋਈ ਪਾਰਲਾ ਬੰਨਾ ਨਹੀਂ, ਤੁਸੀਂ ਉਹਨੂੰ ਹਾਸਲ ਕੀਤਾ। ਰਿਦ ਅੰਤਰ ਧਾਰਿਓ, ਤੇ ਆਪਣੇ ਹਿਰਦੇ ਦੇ ਵਿੱਚ ਉਹਨੂੰ ਤੁਸੀਂ ਧਾਰਿਆ, ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ। ਜਾਂ ਇਉਂ ਕਹਿ ਲਓ ਵੀ ਜਿਹੜਾ ਅਪਾਰ ਪਰਮਾਤਮਾ ਹੈ, ਪਰਮੇਸ਼ਵਰ ਹੈ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੁਸੀਂ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਉਣਾ ਕੀਤਾ, ਤੁਸੀਂ ਆਪਣੇ ਹਿਰਦੇ ਵਿੱਚ ਟਿਕਾਇਆ ਉਹਨੂੰ। ਉਹ ਅਕਾਲ ਪੁਰਖ ਪਰਮਾਤਮਾ ਦੁੱਖ ਭੰਜਨ ਆਤਮ ਪ੍ਰਬੋਧ, ਉਹ ਜਿਹੜਾ ਪਰਮੇਸ਼ਵਰ ਦੁੱਖਾਂ ਨੂੰ ਭੰਜ ਦੇਣ ਵਾਲਾ, ਖਤਮ ਕਰ ਦੇਣ ਵਾਲਾ, ਤੇ ਸਾਡੀ ਆਤਮਾ ਨੂੰ ਪ੍ਰਬੋਧਣ ਵਾਲਾ, ਜਗਾਉਣ ਵਾਲਾ। ਮਨ ਤਤ ਵਿਚਾਰਿਓ, ਮਨ ਨੇ ਉਸ ਹਰੀ ਨੂੰ, ਉਹਦੀ ਵਿਚਾਰ ਨੂੰ ਕੀਤਾ, ਮਨ ਨੇ ਤਤ ਦੀ ਵਿਚਾਰ ਨੂੰ ਗ੍ਰਹਿਣ ਕੀਤਾ, ਤਤ ਨੂੰ ਵਿਚਾਰਿਆ। ਅਖਰੀ ਅਰਥ ਜੋ ਭੱਟ ਜੀ ਦੇ ਪਾਵਨ ਬਚਨਾਂ ਦੇ, ਹੁਣ ਥੋੜਾ ਜਿਹਾ ਤਵੱਜੋਂ ਦੇ ਕੇ ਸਮਝਿਓ। ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨਾਲ ਅਕਸਰ ਇਹ ਲਫ਼ਜ਼ ਜਿਹੜਾ ਉਹ ਜੁੜਦਾ ਹੈ ਕਿ ਉਹ ਦੁੱਖਾਂ ਨੂੰ ਦੂਰ ਕਰ ਦੇਣ ਵਾਲਾ ਹੈ। ਬਾਣੀ ਨੇ ਵੀ ਸਾਨੂੰ ਪ੍ਰੇਰਿਤ ਕਰਦਿਆਂ ਸਮਝਾਇਆ ਸੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਅਕਾਲ ਪੁਰਖ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਜਦੋਂ ਅਸੀਂ ਉਹਦੇ ਸਹਾਰੇ ਨੂੰ, ਉਹਦੇ ਆਸਰੇ ਨੂੰ ਤੱਕਦੇ ਹਾਂ, ਤੇ ਸਾਡੇ ਜੀਵਨ ਵਿਚਲੇ ਦੁੱਖ ਤਕਲੀਫਾਂ ਜਿਹੜੀਆਂ ਉਹ ਮੁੱਕਦੀਆਂ ਨੇ। ਪਰ ਹੈਰਾਨੀ ਦੀ ਬਾਤ ਹੈ, ਅੱਜ ਦਾ ਇਨਸਾਨ ਦੁਖੀ ਬਹੁਤ ਹੈ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਦੁੱਖ ਨਹੀਂ, ਜਾਂ ਮੈਂ ਕਦੇ ਦੁੱਖ ਜਿਹੜਾ ਉਹਨੂੰ ਵੇਖਿਆ ਨਹੀਂ ਹੈ। ਕਿਤੇ ਨਾ ਕਿਤੇ ਜਾ ਕੇ ਜਦੋਂ ਆਪਾਂ ਅੱਜ ਤੋਂ ਕੁਝ ਕੁ ਚਿਰ ਪਹਿਲਾਂ ਦੀ ਗੱਲ ਕਰਦੇ ਆ ਨਾ, ਇਨਸਾਨ ਕੋਲ ਇੰਨੀਆਂ ਸੁੱਖ ਸਹੂਲਤਾਂ ਨਹੀਂ ਸੀ। ਜੇ ਅੱਜ ਤੋਂ 50 ਕੁ ਸਾਲ ਪਹਿਲਾਂ ਦੀ ਗੱਲ ਕਰ ਲਈਏ, ਬਹੁਤਾ ਪਿਛੋਕੜ ਵਿੱਚ ਨਹੀਂ, ਜਿਨ੍ਹਾਂ ਨੇ ਇੰਨਾ ਕੁ ਜੀਵਨ ਹੰਡਾਇਆ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਅੱਜ ਤੋਂ ਪਹਿਲਾਂ 50 ਸਾਲ ਕੋਈ ਬਹੁਤੀਆਂ ਸੁੱਖ ਸਹੂਲਤਾਂ ਨਹੀਂ ਸੀ, ਪਰ ਫਿਰ ਵੀ ਇਨਸਾਨ ਬੜਾ ਪ੍ਰਸੰਨ ਸੀ, ਬਹੁਤ ਖੁਸ਼ ਸੀ। ਉਹਦੇ ਕੋਲ ਕੋਈ ਬਹੁਤੀ ਤਕਲੀਫ ਜਾਂ ਬਹੁਤੇ ਦੁੱਖ ਜਿਹੜੇ ਉਹ ਨਹੀਂ ਸਨ ਉਹਨੂੰ। ਅੱਜ ਦਾ ਇਨਸਾਨ ਸੁੱਖ ਸਹੂਲਤਾਂ ਵੀ ਬਹੁਤ ਲੈ ਕੇ ਬੈਠਾ ਹੈ, ਪਰ ਬਹੁਤੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਅੱਜ ਦਾ ਇਨਸਾਨ ਦੁਖੀ ਹੈ, ਤਕਲੀਫ ਵਿੱਚ ਬੈਠਾ ਹੈ। ਤੇ ਕਿਤੇ ਨਾ ਕਿਤੇ ਇਹ ਮੰਨਣਾ ਪਏਗਾ ਕਿ ਜਿਹੜੇ ਅਸੀਂ ਯਤਨ ਸੁੱਖਾਂ ਲਈ ਕਰ ਰਹੇ ਹਾਂ, ਉਹ ਯਤਨ ਕੀਤੇ ਹੋਏ ਸੁੱਖਾਂ ਲਈ ਸਾਡੇ ਦੁੱਖਾਂ ਦਾ ਰੂਪ ਧਾਰਨ ਕਰ ਰਹੇ ਨੇ। ਇਨਸਾਨ ਵੱਲੋਂ ਯਤਨ ਤੇ ਬੜੇ ਚਿਰਾਂ ਦੇ ਕੀਤੇ ਜਾ ਰਹੇ। ਹੁਣ ਇੱਕ ਮੈਂ ਨਿੱਕਾ ਜਿਹਾ
ਜਿਹੜਾ ਪੱਖ ਉਹ ਰੱਖਦਾ ਚੱਲਾਂ। ਕੁਝ ਚਿਰ ਜੇ ਆਪਾਂ ਪਹਿਲੋਂ ਦੀ ਗੱਲ ਕਰਾਂਗੇ ਤੇ ਇਨਸਾਨ ਨਾ ਤੁਰ ਕੇ ਉਹਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ, ਕਿਸੇ ਵੀ ਜਗ੍ਹਾ ਤੇ ਜਾਣਾ 5-5 6-6 ਮਹੀਨੇ ਪਹਿਲੋਂ ਤੁਰ ਪੈਣਾ ਵੀ ਅਸੀਂ ਰਾਹ ਤੋਂ ਜਾਣਾ। ਤੇ ਜਿਹਨੇ ਜਾਣਾ ਹੁੰਦਾ ਸੀ ਨਾ ਉਹ ਪਰਿਵਾਰ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਾਂਦਾ ਸੀ, ਪਤਾ ਨਹੀਂ ਮੁੜ ਕੇ ਮੁੜਨਾ ਵੀ ਕਿ ਨਹੀਂ, ਸਮਾਂ ਇੰਨਾ ਲੱਗ ਜਾਣਾ ਰਾਹ 'ਚ। ਫਿਰ ਇਨਸਾਨ ਨੇ ਖੋਜ ਕੀਤੀ ਵਹੀਕਲ ਦੀ, ਟਰੈਵਲ ਕਰਨ ਦੇ ਲਈ। ਹੁਣ ਇਹਨੇ ਸੁੱਖ ਸਹੂਲਤ ਇਸ ਕਰਕੇ ਬਣਾਈ ਸੀ ਵੀ ਮੈਂ ਇੱਥੋਂ ਤੁਰਾਂ ਤੇ ਦੂਜੀ ਥਾਂ ਤੇ ਬੜੀ ਆਸਾਨੀ ਨਾਲ ਪਹੁੰਚ ਜਾਂ ਤੇ ਛੇਤੀ ਵਾਪਸ ਮੁੜ ਆਵਾਂ। ਤੁਰਿਆ ਜਾਂਦਾ ਇਨਸਾਨ ਕਦੇ ਇੱਕ ਦੂਜੇ ਦੇ ਵਿੱਚ ਵੱਜ ਕੇ ਨਹੀਂ ਸੀ ਮਰਿਆ, ਜਿਹਨੂੰ ਆਪਾਂ ਦੁਰਘਟਨਾ ਕਹਿ ਸਕਦੇ ਹਾਂ, ਰੋਡ ਐਕਸੀਡੈਂਟ ਕਹਿ ਸਕਦੇ ਹਾਂ। ਪਰ ਜਿਵੇਂ ਇਹਨੇ ਵਹੀਕਲ ਦੀ ਖੋਜ ਕੀਤੀ, ਵਹੀਕਲ ਬਣਾਏ, ਇਹਨੂੰ ਹਫੜਾ ਦਫੜੀ ਜਿਹੜੀ ਉਹ ਮੱਚ ਗਈ। ਇਨਸਾਨ ਦੀ ਜੀਵਨ ਸ਼ੈਲੀ ਤੇਜ਼ ਹੋ ਗਈ, ਇੰਨੀ ਕੁ ਮੱਚੀ ਹਫੜਾ ਦਫੜੀ ਇੱਕ ਦੂਜੇ ਦੇ ਵਿੱਚ ਵੱਜ ਕੇ ਹੀ ਮਰੀ ਜਾਂਦਾ। ਬਣਾਈ ਤੇ ਸੁੱਖ ਸਹੂਲਤ ਵਾਸਤੇ ਹੀ ਸੀ ਨਾ, ਪਰ ਉਹ ਸੁੱਖ ਸਹੂਲਤਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਾ ਕੇ ਅਸੀਂ ਸਿਰਫ ਉਹਦਾ ਇੱਕ ਪੱਖ ਵੇਖਦੇ ਹਾਂ, ਦੂਜੇ ਪੱਖ ਨੂੰ ਸ਼ਾਇਦ ਅਸੀਂ ਵੇਖਣ ਤੋਂ ਇਨਕਾਰੀ ਹੋ ਜਾਂਦੇ ਹਾਂ। ਪਰ ਜਿੰਨੀਆਂ ਸੁੱਖ ਸਹੂਲਤਾਂ ਇਨਸਾਨ ਮੰਨ ਰਿਹਾ ਨਾ, ਇਹ ਕਹਿ ਤੇ ਰਿਹਾ ਵੀ ਮੇਰੇ ਕੋਲ ਸੁੱਖ ਸਹੂਲਤਾਂ ਵਿੱਚ ਵਾਧਾ ਹੋ ਰਿਹਾ, ਮੇਰਾ ਜੀਵਨ ਜਿਉਣ ਦਾ ਤਰੀਕਾ ਬਦਲ ਗਿਆ, ਢੰਗ ਬਦਲ ਗਿਆ ਜ਼ਿੰਦਗੀ ਜਿਉਣ ਦਾ। ਪਰ ਇਸ ਗੱਲ ਨੂੰ ਕਿਤੇ ਨਾ ਕਿਤੇ ਇਨਸਾਨ ਭੁੱਲ ਗਿਆ ਵੀ ਢੰਗ ਤੇ ਜ਼ਰੂਰ ਬਦਲਿਆ ਮੇਰਾ ਜਿਉਣ ਦਾ, ਪਰ ਉਸ ਢੰਗ ਦੇ ਬਦਲਣ ਦੇ ਨਾਲ ਨਾਲ ਮੈਂ ਆਪਣੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਪ ਆਪਣੇ ਹੱਥੀਂ ਖੜੀਆਂ ਕਰ ਬੈਠਾ। ਖੈਰ, ਇਹ ਮੈਂ ਪੱਖ ਤਾਂ ਰੱਖ ਰਿਹਾ ਕਿ ਇਨਸਾਨ ਵੱਲੋਂ ਯਤਨ ਕੀਤਾ ਜਾਂਦਾ ਹੈ ਰੱਬ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ, ਕਿ ਸ਼ਾਇਦ ਮੈਂ ਆ ਸੰਸਾਰਕ ਵਸਤੂਆਂ ਤੇ ਪਦਾਰਥਾਂ ਦੇ ਨਾਲ ਆਪਣੇ ਜੀਵਨ ਨੂੰ ਸੁਖ ਭਰਪੂਰ ਕਰ ਲਾਂ ਜਾਂ ਮੇਰਾ ਜੀਵਨ ਪ੍ਰਸੰਨਤਾ ਨਾਲ ਭਰ ਜਾਏ। ਪਰ ਜਿਹੜਾ ਬਚਨ ਅੱਜ ਭੱਟ ਕੱਲ ਜੀ ਨੇ ਕੀਤਾ, ਕਹਿੰਦੇ ਜਦੋਂ ਤੱਕ ਅਸੀਂ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਆਪਣੀ ਸੁਰਤ ਨੂੰ ਜੋੜ ਨਹੀਂ ਲੈਂਦੇ ਜਾਂ ਉਹਨੂੰ ਆਪਣੇ ਹਿਰਦੇ ਵਿੱਚ ਟਿਕਾ ਨਹੀਂ ਲੈਂਦੇ, ਉਹਨਾਂ ਚਿਰ ਖਿਆਲ ਕਰਿਓ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਜਿੰਨੇ ਵੀ ਅਸੀਂ ਯਤਨ ਕਰਾਂਗੇ ਉਹ ਸਾਰੇ ਦੇ ਸਾਰੇ ਸਾਡੇ ਕੀਤੇ ਹੋਏ ਯਤਨ ਵਿਅਰਥ ਜਾਂਦੇ ਰਹਿਣਗੇ, ਕਿਉਂਕਿ ਹੁੰਦਾ ਉਹ ਹੀ ਹੈ ਜੋ ਅਕਾਲ ਪੁਰਖ ਪਰਮੇਸ਼ਵਰ ਦੇ ਮਨ ਨੂੰ ਪਾਉਂਦਾ। ਇੱਕ ਪੱਖ ਤੇ ਇਹ ਹੈ। ਦੂਜਾ, ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਆਪ ਦੀਆਂ ਰਸਨਾਵਾਂ ਤੇ ਰਹਿੰਦਾ ਹੈ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਭਾਈ, ਜੇ ਤੂੰ ਆਪਣੇ ਜੀਵਨ ਦੇ ਅੰਦਰ ਸਦੀਵ ਸੁਖ ਤੇ ਆਨੰਦ ਚਾਹੁੰਦਾ ਹੈ ਤੇ ਫਿਰ ਸਦੀਵ ਸੁਖ ਵਾਸਤੇ ਤੈਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਸ਼ਰਨ ਜਿਹੜੀ ਉਹ ਤੱਕਣੀ ਪਏਗੀ, ਉਹਦੇ ਦਰ ਤੇ ਆਉਣਾ ਹੀ ਪਏਗਾ। ਫਿਰ ਕਿਤੇ ਜਾ ਕੇ ਤੇਰਾ ਜੀਵਨ ਪ੍ਰਸੰਨਤਾ ਭਰਪੂਰ, ਖੁਸ਼ੀ ਭਰਪੂਰ ਜਿਹੜਾ ਉਹ ਬਣ ਸਕਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਕਰਦਿਆਂ ਭੱਟ ਕੱਲ ਜੀ ਨੇ ਜ਼ਿਕਰ ਕੀਤਾ, ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਜਿਹੜੇ ਤੁਸੀਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੈ, ਹੇ ਧੰਨ ਗੁਰੂ ਰਾਮਦਾਸ ਸਾਹਿਬ, ਤੁਸੀਂ ਅਪਰ ਨੂੰ ਭਰਨ ਵਾਲੇ ਹੋ। ਇੱਕ ਅਰਥ ਇਸ ਤਰੀਕੇ ਨਾਲ ਕੀਤੇ ਜਾਂਦੇ ਨੇ ਤੇ ਦੂਜੇ ਅਰਥ ਇਸ ਤਰੀਕੇ ਨਾਲ ਉਹ ਅਕਾਲ ਪੁਰਖ ਜਿਹੜਾ ਸਖਣਿਆਂ ਨੂੰ ਵੀ ਭਰ ਦੇਣ ਵਾਲਾ ਹੈ, ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਨਾ ਭਰੇ ਜਾਣ ਵਾਲਿਆਂ ਨੂੰ ਵੀ ਭਰਨ ਵਾਲਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੁਸੀਂ ਉਸ ਅਪਾਰ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ ਕੀਤਾ, ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਦੇ ਨਾਮ ਨੂੰ ਵਸਾਉਣਾ ਕੀਤਾ, ਉਹਦੀ ਯਾਦ ਆਪਣੇ ਹਿਰਦੇ ਵਿੱਚ ਟਿਕਾਈ। ਹੁਣ ਉਹ ਪਰਮੇਸ਼ਵਰ ਜਿਹੜਾ ਖਾਲੀਆਂ ਨੂੰ ਭਰਨ ਵਾਲਾ, ਊਣਿਆਂ ਨੂੰ ਭਰਨ ਵਾਲਾ, ਨਾ ਭਰੇ ਜਾਣ ਵਾਲਿਆਂ ਨੂੰ ਭਰਨ ਵਾਲਾ, ਉਹਨਾਂ ਨੂੰ ਵੀ ਭਰ ਦੇਣ ਵਾਲਾ, ਜਿਨ੍ਹਾਂ ਤੋਂ ਕਦੇ ਉਮੀਦ ਵੀ ਨਹੀਂ ਕਿ ਇਹ ਭਰੇ ਜਾ ਸਕਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ, ਤੁਸੀਂ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਤੇ ਉਸ ਪਰਮੇਸ਼ਵਰ ਨੂੰ ਜਦੋਂ ਹਿਰਦੇ 'ਚ ਟਿਕਾਇਆ ਨਾ, ਤੇ ਉਸ ਰੱਬ ਦੀ ਯਾਦ, ਉਹਦੇ ਚਿੰਤਨ ਦੇ ਸਦਕਾ ਕੀ ਹੋਇਆ, ਦੁੱਖ ਭੰਜਨ। ਉਹ ਪਰਮੇਸ਼ਵਰ ਨੇ ਦੁੱਖਾਂ ਨੂੰ, ਤਕਲੀਫਾਂ ਨੂੰ, ਨਿਆਂ ਝੋਰਿਆਂ ਨੂੰ ਸਾਡੇ ਜੀਵਨ ਦੇ ਵਿੱਚੋਂ ਭੰਜ ਦਿੱਤਾ। ਉਹ ਸਾਰਿਆਂ ਦੇ ਜੀਵਨ ਵਿੱਚੋਂ ਦੁੱਖਾਂ ਤੇ ਤਕਲੀਫਾਂ ਨੂੰ ਭੰਜ ਦੇਣ ਵਾਲਾ ਹੈ। ਥੋੜਾ ਜਿਹਾ ਪੱਖ ਹੁਣ ਮੈਂ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦਾ ਵੀ ਰੱਖਦਾ ਚੱਲਾਂ, ਕਿਉਂਕਿ ਜਦੋਂ ਨਾ ਆਪਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਪਿਛੋਕੜ ਵੇਖਦੇ ਹਾਂ ਤੇ ਪਿਛੋਕੜ ਵੇਖ ਕੇ ਹੈਰਾਨਗੀ ਹੁੰਦੀ ਹੈ ਵੀ ਅਕਾਲ ਪੁਰਖ ਪਰਮੇਸ਼ਵਰ ਦੀ ਖੇਡ ਹੈ, ਉਹਨੇ ਕੀ ਵਰਤਾਉਣੀ ਹੈ ਜਾਂ ਕਿਸ ਢੰਗ ਨਾਲ ਵਰਤਾਉਣੀ ਹੈ।
1534 ਦੇ ਵਿੱਚ ਪਿਤਾ ਹਰਦਾਸ ਦੇ ਘਰੇ ਇੱਕ ਬਾਲਕ ਨੇ ਜਨਮ ਲਿਆ, ਜਿਹਦਾ ਨਾਮ ਪਰਿਵਾਰ ਨੇ ਭਾਈ ਜੇਠਾ ਰੱਖਿਆ। ਉਹਨੂੰ ਜੇਠਾ ਕਿਹਾ ਜਾਂਦਾ ਹੈ ਕਿਉਂਕਿ ਸਾਰਿਆਂ ਤੋਂ ਵੱਡੇ ਸੀ, ਇਸ ਕਰਕੇ ਨਾਮ ਜੇਠਾ ਪੈ ਗਿਆ। ਹੁਣ ਜਦੋਂ ਘਰ ਦੇ ਵਿੱਚ ਔਲਾਦ ਪੈਦਾ ਹੁੰਦੀ ਹੈ ਨਾ, ਕਈ ਸੁਪਨੇ ਨੇ ਜਿਹੜੇ ਮਾਂ-ਬਾਪ ਵੱਲੋਂ ਮਨ ਵਿੱਚ ਉਲੀਕ ਲਏ ਜਾਂਦੇ ਨੇ। ਕਈ ਸੁਪਨੇ ਨੇ, ਆਪਾਂ ਸਾਰੇ ਗ੍ਰਸਥ ਜੀਵਨਾਂ ਵਾਲੇ ਆ। ਜਦੋਂ ਬਾਲਕ ਔਲਾਦ ਘਰ ਦੇ ਵਿੱਚ, ਚਾਹੇ ਉਹ ਬੱਚੀ ਦੇ ਰੂਪ ਵਿੱਚ ਹੈ ਤੇ ਭਾਵੇਂ ਬੱਚੇ ਦੇ ਰੂਪ ਵਿੱਚ ਹੈ, ਉਹਦੇ ਜਨਮ ਤੇ ਨਾ ਮਾਂ-ਬਾਪ ਵੱਲੋਂ ਕਈ ਤਰ੍ਹਾਂ ਦੇ ਸੁਪਨੇ ਜਿਹੜੇ ਉਹ ਉਲੀਕ ਲਏ ਜਾਂਦੇ। ਬੜੀਆਂ ਉਹਨਾਂ ਦੇ ਮਨ ਵਿਚਲੀਆਂ ਇੱਛਾਵਾਂ ਜਿਹੜੀਆਂ ਉਹ ਜਾਗ ਪੈਂਦੀਆਂ ਵੀ ਇਹ ਬੱਚੇ ਨੂੰ ਅਸੀਂ ਇਸ ਢੰਗ ਨਾਲ ਇਹਦੀ ਪਰਵਰਿਸ਼ ਕਰਨੀ, ਇਸ ਢੰਗ ਨਾਲ ਪ੍ਰਤਪਾਲਣਾ ਕਰਨੀ, ਇੱਦਾਂ ਅਸੀਂ ਇਹਨੂੰ ਪਾਲਾਂਗੇ, ਇੱਦਾਂ ਪੜ੍ਹਾਵਾਂਗੇ, ਇੱਦਾਂ ਲਿਖਾਵਾਂਗੇ, ਆਹ ਕੁਛ ਅਸੀਂ ਇਹਨੂੰ ਉਹਦੇ ਜੀਵਨ 'ਚ ਕਰਾਉਣ। ਕਈ ਤਰ੍ਹਾਂ ਦੇ ਸੁਪਨੇ ਜਿਹੜੇ ਉਹ ਜੁੜ ਜਾਂਦੇ। ਹੁਣ ਸੁਪਨਾ ਤੇ ਭਾਈ ਜੇਠਾ ਜੀ ਦੇ ਪਿਤਾ ਤੇ ਮਾਂ ਦਾ ਵੀ ਹੈ, ਕਿਉਂਕਿ ਬੱਚੇ ਨੇ ਜਨਮ ਲਿਆ। ਹੁਣ ਪਤਾ ਨਹੀਂ ਹੈ ਨਾ ਅਗਾਂਹ ਜਾ ਕੇ ਕੀ ਖੇਡ ਵਰਤਣੀ ਹੈ, ਕਿਸੇ ਨੂੰ ਨਹੀਂ ਪਤਾ। ਪਰ ਉਹਦੇ ਜਨਮ ਦੇ ਉੱਤੇ ਮੈਂ ਇਹ ਪੱਖ ਤਾਂ ਰੱਖ ਰਿਹਾ, ਇਹ ਸਾਰਾ ਕੁਝ ਸਰੀਰਾਂ ਦੇ ਉੱਤੇ, ਤਨਾਂ ਦੇ ਉੱਤੇ ਆਪਾਂ ਹੰਢਾਇਆ ਹੈ। ਸਾਨੂੰ ਅਗਲੇ ਪਲ ਦਾ ਨਹੀਂ ਪਤਾ ਕਿ ਅਗਲੇ ਪਲ ਜਾਂ ਅਗਲੇ ਦਿਨ ਜਾਂ ਅਗਲੇ ਸਾਲ ਕੀ ਬੀਤਣਾ ਹੈ, ਪਰ ਔਲਾਦ ਦੇ ਜਨਮ ਉੱਤੇ ਸਾਡੇ ਮਨ ਵਿਚਲੇ ਕਈ ਸੁਪਨੇ ਜਿਹੜੇ ਉਹ ਜਾਗਦੇ ਤੇ ਅਸੀਂ ਉਲੀਕ ਲੈਨੇ ਆ ਵੀ ਆਹ ਕੁਛ ਅਸੀਂ ਕਰਨਾ ਹੈ। ਏਦਾਂ ਪਿਤਾ ਹਰਦਾਸ ਨੇ ਵੀ ਤੇ ਮਾਤਾ ਨੇ ਵੀ ਸੁਪਨੇ ਉਲੀਕ ਲਏ ਵੀ ਸਾਡੇ ਘਰ ਵਿੱਚ ਬੱਚਾ ਪੈਦਾ ਹੋਇਆ, ਰੱਬ ਨੇ ਦਾਤ ਦਿੱਤੀ ਹੈ। ਉਹਨਾਂ ਨੇ ਵੀ ਕਈ ਸੁਪਨੇ ਉਲੀਕੇ, ਪਰ ਕਰਤਾਰ ਦੀ ਜਿਹੜੀ ਕੁਦਰਤ ਹੈ ਨਾ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਹੁਣੀ ਦੇ ਅੱਗੇ ਕਿਸੇ ਦਾ ਜ਼ੋਰ, ਕਿਸੇ ਦੀ ਤਾਕਤ ਕੰਮ ਨਹੀਂ ਕਰਦੀ। ਜੋ ਕਰਤਾਰ ਦੀ ਕੁਦਰਤ ਹੈ ਨਾ, ਉਹ ਆਪ ਹੀ ਜਾਣਦਾ ਉਹਨੇ ਕੀ ਵਰਤਾਉਣਾ ਤੇ ਕਿਸ ਢੰਗ ਨਾਲ ਵਰਤਾਉਣਾ ਹੈ। ਜਦੋਂ ਉਹਦੀ ਤਾਕਤ ਦੀ ਬਾਤ ਆਉਂਦੀ ਹੈ ਨਾ, ਤੇ ਫਿਰ ਉਹਦੇ ਅੱਗੇ ਸਾਡੇ ਸਾਰੇ ਉਲੀਕੇ ਹੋਏ ਸੁਪਨੇ ਜਿਹੜੇ ਉਹ ਢਹਿ ਢੇਰੀ ਹੋ ਜਾਂਦੇ ਨੇ। ਫਿਰ ਤੇ ਉਹ ਬਚਨ ਬਾਬਾ ਫਰੀਦ ਜੀ ਦੇ ਸੱਚ ਹੁੰਦੇ ਨਜ਼ਰ ਆਉਂਦੇ, ਜੋ ਮਨ ਚੇਤ ਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕੀਆਂ। ਜੋ ਅਸੀਂ ਚੇਤਿਆ ਵੀ ਨਹੀਂ ਸੀ, ਰੱਬ ਨੇ ਉਹ ਕੀਤਾ, ਤੇ ਜੋ ਅਸੀਂ ਚੇਤਿਆ ਉਸ ਪਾਸੇ ਰੱਬ ਹੈ ਹੀ ਕੋਈ ਨਹੀਂ। ਹੁਣ ਖੇਡ ਤੇ ਇਹੀ ਵਾਪਰੀ ਨਾ। ਮਾਂ ਦੇ ਵੀ ਸੁਪਨੇ ਬਹੁਤ ਨੇ, ਪਿਤਾ ਦੇ ਵੀ ਸੁਪਨੇ ਬਹੁਤ ਨੇ। ਦੋਵਾਂ ਦੀ ਇੱਛਾ ਇਹ ਹੈ ਅਸੀਂ ਬੱਚੇ ਨੂੰ ਪੜ੍ਹਾਵਾਂਗੇ, ਲਿਖਾਵਾਂਗੇ, ਵੱਡਾ ਆਦਮੀ ਬਣਾਵਾਂਗੇ। ਪਰ ਕਰਤਾਰ ਦੀ ਜੋ ਕੁਦਰਤ ਹੈ ਉਹ ਕੁਝ ਹੋਰ ਆਖਰੀ ਹੈ। ਕਰਤਾਰ ਨੇ ਕੀ ਕੀਤਾ, ਪਹਿਲੋਂ ਮਾਤਾ ਜਿਹੜੀ ਉਹ ਸਰੀਰ ਕਰਕੇ ਚੜ੍ਹਾਈ ਕੀਤੇ, ਮਾਂ ਚਲੀ ਗਈ। ਕਿਸ ਢੰਗ ਦੇ ਨਾਲ ਦੁੱਖ ਜਿਹੜੇ ਉਹ ਜੀਵਨ ਦੇ ਵਿੱਚ ਆ ਰਹੇ ਨੇ, ਕਿਸ ਢੰਗ ਨਾਲ ਦੁੱਖਾਂ ਨੂੰ ਜਿਹੜਾ ਉਹ ਜੇਠਾ ਜੀ ਆਪਣੇ ਜੀਵਨ ਵਿੱਚ ਹੰਢਾ ਰਹੇ ਨੇ। ਉਹਨਾਂ ਨੇ ਕਿਵੇਂ ਆਪਣੇ ਜੀਵਨ ਵਿੱਚ ਦੁੱਖਾਂ ਦਾ ਸਾਹਮਣਾ ਕੀਤਾ। ਪਹਿਲੋਂ ਮਾਂ ਚੜ੍ਹਾਈ ਕਰਦੀ ਹੈ। ਹੁਣ ਇੱਕ ਪਿਤਾ ਹੈ ਜਿਹੜਾ ਪਰਵਰਿਸ਼ ਕਰਨ ਵਾਲਾ ਤੇ ਸੰਭਾਲਣ ਵਾਲਾ, ਤੇ ਇਤਿਹਾਸ ਦੇ ਪੰਨੇ ਗਵਾਹੀ ਭਰਦੇ ਵੀ ਜਿੱਥੇ ਪਿਤਾ ਉੱਥੇ ਇੱਕ ਨਾਨੀ ਹੈ ਜਿਹੜੀ ਸੰਭਾਲ ਕਰਨ ਵਾਲੀ ਹੈ। ਪਰ ਨਾਨੀ ਵੀ ਕਿੰਨਾ ਕੁ ਚਿਰ ਰੁਕਦੀ, ਉਹਨੇ ਵੀ ਘਰ ਨੂੰ ਵਾਪਸ ਜਾਣਾ ਸੀ, ਉਹ ਵੀ ਚਲੀ ਗਈ। ਧੀ ਦਾ ਜਿਹੜਾ ਉਹਦੇ ਚਲਾਣਾ ਕਰ ਜਾਣ ਤੋਂ ਬਾਅਦ ਜੋ ਰਸਮ ਸੀ ਉਹ ਸਾਰੀ ਅਦਾ ਕੀਤੀ। ਅਦਾ ਕਰਕੇ ਕੁਝ ਚਿਰ ਰਹੀ ਤੇ ਆਪਣੇ ਜਵਾਈ ਨੂੰ, ਆਪਣੇ ਪੁੱਤਰ ਨੂੰ ਸਮਝਾਉਂਦਿਆਂ ਚਲੀ ਗਈ ਵੀ ਪੁੱਤਰਾ, ਅੱਜ ਤੋਂ ਬਾਅਦ ਚ ਬੱਚਿਆਂ ਦਾ ਮਾਂ ਵੀ ਤੂੰ ਤੇ ਪਿਤਾ ਵੀ ਤੂੰ, ਮੈਂ ਤੂੰ ਸੰਭਾਲਣਾ ਹੁਣ ਇਹਨਾਂ ਨੂੰ। ਜ਼ਿੰਮੇਵਾਰੀ ਸੀ, ਸਾਂਭ ਲਈ। ਪਰ ਕੁਝ ਕੁ ਸਮਾਂ ਫੇਰ ਗੁਜ਼ਰਦਾ, ਉਮਰ ਤਕਰੀਬਨ 7 ਸਾਲਾਂ ਦੀ ਇਤਿਹਾਸਕਾਰਾਂ ਨੇ ਲਿਖੀ ਵੀ ਸਿਰ ਤੋਂ ਪਿਤਾ ਵੀ ਚੜ੍ਹਾਈ ਕਰ ਗਿਆ। ਹੁਣ ਤੇ ਸਾਂਭਣ ਵਾਲਾ ਕੋਈ ਵੀ ਨਹੀਂ ਰਿਹਾ। ਜੇ ਆਪਾਂ ਸੰਸਾਰਕ ਤੌਰ ਤੇ ਵੇਖਾਂਗੇ ਤੇ ਕੋਈ ਸਾਂਭਣ ਵਾਲਾ ਨਹੀਂ। ਹੁਣ ਜਦੋਂ ਕੋਈ ਸਾਂਭਣ ਵਾਲਾ ਨਹੀਂ, ਫਿਰ ਨਾਨੀ ਚੱਲ ਕੇ ਆਉਂਦੀ ਹੈ। ਉਹ ਵੇਖਦੀ ਵੀ ਹੁਣ ਤੇ ਜਵਾਈ ਵੀ ਚਲਾ ਗਿਆ, ਇਹਨੂੰ ਕਿੰਨੇ ਪਾਲਣਾ, ਇਹਦੀ ਪਰਵਰਿਸ਼ ਕਿੰਨੇ ਕਰਨੀ ਹੈ। ਕੁਝ ਕੁ ਦਿਨ ਤੇ ਉੱਥੇ ਰੁਕੀ, ਪਰ ਉਹਨੇ ਨਾਲ
ਆਸ ਪੜੋਸ ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਅੱਗੇ ਜਾ ਕੇ ਤਰਲੇ ਵੀ ਕੀਤੇ ਵੀ ਤੁਸੀਂ ਇਸ ਬਾਲਕ ਨੂੰ ਆਪਣੇ ਕੋਲ ਰੱਖ ਲਓ, ਤੁਹਾਡੇ ਘਰ ਦਾ ਸਾਰਾ ਕੰਮਕਾਰ ਕਰ ਲਿਆ ਕਰੇਗਾ, ਵੀ ਤੁਸੀਂ 2 ਵਕਤ ਦੀ ਰੋਟੀ ਜਿਹੜੀ ਉਹ ਦੇ ਦਿਓ। ਇੱਕ ਉਹ ਪਰਸਨ ਜਿਹੜਾ 2 ਵਕਤ ਦੀ ਰੋਟੀ ਤੋਂ ਵੀ ਆਜ਼ਤ ਹੈ, ਇੱਕ ਉਹ ਸ਼ਖਸ ਜਿਹਨੂੰ ਇਹ ਵੀ ਨਹੀਂ ਪਤਾ ਵੀ 2 ਵਕਤ ਦਾ ਪ੍ਰਸ਼ਾਦਾ ਵੀ ਮੈਨੂੰ ਮਿਲਣਾ ਕਿ ਨਹੀਂ ਮਿਲਣਾ, ਉਹ ਕਿੰਨਾ ਕੁ ਸੁਖੀ ਹੋ ਸਕਦਾ ਤੁਸੀਂ ਆਪ ਅੰਦਾਜ਼ਾ ਲਾ ਕੇ ਵੇਖੋ। ਉਹ ਵੀ ਨਿੱਕੀ ਉਮਰੇ ਵਿੱਚ, ਵੱਡਾ ਹੋਵੇ ਤੇ ਉਹ ਸ਼ਾਇਦ ਸਰੀਰ ਕਰਕੇ ਉਮਰ ਵਡੇਰੀ ਹੁੰਦੀ ਤੇ ਕਈ ਤਰ੍ਹਾਂ ਦੇ ਉਪਰਾਲੇ ਕਰ ਲੈਂਦਾ, ਉਦਮ ਕਰ ਲੈਂਦਾ, ਪਰ 7 ਸਾਲਾਂ ਦੇ ਬੱਚੇ ਨੂੰ ਜੇ ਆਪਾਂ ਕਹੀਏ ਵੀ ਤੂੰ ਦੋਨੋਂ ਵਕਤ ਭੁੱਖਿਆਂ ਰਹਿ ਕੇ ਆਪਣਾ ਸਮਾਂ ਬਤੀਤ ਕਰਨਾ, ਤੇ ਉਹ 1 ਵਕਤ ਵੀ ਸ਼ਾਇਦ ਭੁੱਖਾ ਨਾ ਰਹਿ ਸਕੇ। ਘਰਾਂ ਵਿੱਚ ਬੱਚਿਆਂ ਨੂੰ ਵੇਖਦੇ ਹੀ ਆ ਆਪਾਂ, ਜੇ ਕਿਤੇ ਉਹਨੂੰ ਭੁੱਖ ਲੱਗੀ ਹੋਵੇ ਤੇ ਉਹ ਸਾਰੇ ਦੇ ਸਾਰੇ ਘਰ ਵਿੱਚ ਤਰਥੱਲੀ ਪਾ ਛੱਡਦਾ ਵੀ ਮੈਨੂੰ ਭੋਜਨ ਦਿਓ, ਜਿੱਥੋਂ ਮਰਜ਼ੀ ਦਿਓ, ਜਿਵੇਂ ਜਿਸ ਢੰਗ ਨਾਲ ਮਰਜ਼ੀ ਮੈਨੂੰ ਪ੍ਰਸ਼ਾਦਾ ਦਿਓ, ਮੈਂ ਛਕਣਾ। ਪਰ ਇੱਕ ਸਬਰ ਹੈ ਜੋ ਸ਼ਾਇਦ ਬੱਚੇ ਵਿੱਚ ਨਾ ਹੋਵੇ, ਪਰ ਜੇਠੇ ਦੇ ਅੰਦਰ ਬਹੁਤ ਹੈ। ਭਾਈ ਜੇਠਾ ਜੀ ਦੇ ਹਿਰਦੇ 'ਚ ਸਬਰ ਬਹੁਤ ਹੈ, ਔਰ ਸਮੇਂ ਨੂੰ ਹੰਡਾਇਆ ਆਪਣੇ ਤਨ ਦੇ ਉੱਤੇ। ਨਾਨੀ ਨੇ ਫੜਿਆ ਲੈ ਕੇ ਤੇ ਬਾਸਰ ਕੇ ਚਲੀ ਗਈ। ਹੁਣ ਇਹ ਸਾਰਾ ਕੁਝ ਬੜਾ ਦੁੱਖ ਭਰੀ ਹੋਈ ਜ਼ਿੰਦਗੀ ਹੈ, ਤਕਲੀਫ ਭਰੀ ਜ਼ਿੰਦਗੀ, ਨਾ ਮਾਂ ਨਾ ਪਿਓ, ਲੋਕਾਂ ਦੇ ਤਾਨੇ, ਲੋਕਾਂ ਦੀਆਂ ਗੱਲਾਂ, ਸਾਰਾ ਕੁਝ ਸੁਣਨ ਨੂੰ ਮਿਲ ਰਿਹਾ। ਲੋਕ ਕੀ ਕੁਝ ਕਹਿੰਦੇ ਹੋਣਗੇ। ਫਿਰ ਜਿਹੜੀ ਉਮਰ ਵਿੱਚ ਮਾਂ-ਬਾਪ ਸੋਚ ਕੇ ਬੈਠੇ ਸੀ ਵੀ ਇਹ ਸਾਡਾ ਬੱਚਾ ਪੜ੍ਹਾਵਾਂਗੇ ਲਿਖਾਵਾਂਗੇ, ਉਸ ਉਮਰ ਦੇ ਵਿੱਚ ਪੜ੍ਹਨ ਤੇ ਲਿਖਣ ਦੀ ਬਜਾਏ ਸਿਰ ਤੇ ਚੁੱਕੀ ਹੋਵੇ ਨਿੱਕੀ ਜੀ ਛਾਬੀ, ਨਿੱਕਾ ਜਿਹਾ ਟੋਕਰਾ, ਤੇ ਉਹਦੇ 'ਚ ਪਈਆਂ ਹੋਣ ਘੁੰਗਣੀਆਂ, ਤੇ ਉਹ ਗਲੀਆਂ 'ਚ ਹੋ ਕੇ ਦਿੰਦਾ ਵੇਚਦਾ ਹੋਵੇ, ਤੇ ਉਹ ਕਿੰਨਾ ਕੁ ਸੁਖੀ ਹੋਏਗਾ ਉਹ ਬੱਚਾ। ਜਿਹੜਾ ਖਿਡੌਣਿਆਂ ਨਾਲ ਖੇਡਣ ਦੀ ਉਮਰ, ਆਪਾਂ ਜੇ ਅੱਜ ਦੀ ਗੱਲ ਹੀ ਕਰ ਲਈਏ, ਖਿਡੌਣਿਆਂ ਨਾਲ ਖੇਡਣ ਦੀ ਉਮਰ ਹੋਵੇ ਤੇ ਉਹਦੇ ਕੋਲ ਖਿਡੌਣੇ ਬਹੁਤ ਨੇ, ਪਰ ਉਹ ਖੇਡ ਨਹੀਂ ਸਕਦਾ ਕਿਉਂਕਿ ਲੈ ਕੇ ਵੇਚਣ ਨੂੰ ਬੈਠਾ ਹੈ, ਉਹ ਕਿੱਡਾ ਕੁ ਸੁਖੀ ਹੋਏਗਾ ਬੱਚਾ। ਆਪਾਂ ਵੇਖਦੇ ਹੀ ਆ ਨਾ, ਨਿੱਕੇ ਨਿੱਕੇ ਬੱਚੇ ਆਪਣੇ ਹੱਥਾਂ 'ਚ ਨਿੱਕੇ ਨਿੱਕੇ ਖਿਡੌਣੇ ਲੈ ਕੇ, ਲਿਫਾਫਾ ਹੱਥ 'ਚ ਪਾਇਆ ਹੁੰਦਾ ਤੇ ਉਹ ਇੱਕ ਲੈ ਕੇ ਹੱਥ 'ਚ ਖਿਡੌਣਾ ਵੇਚਦੇ ਫਿਰਦੇ। ਹੁਣ ਉਹ ਖੇਡ ਨਹੀਂ ਸਕਦੇ, ਉਹਨਾਂ ਨੂੰ ਪਤਾ ਵੀ ਜੇ ਅਸੀਂ ਖੇਡਾਂਗੇ ਤੇ ਸਾਨੂੰ ਪੇਟ ਭਰਨ ਨੂੰ ਵੀ ਕੁਝ ਨਹੀਂ ਮਿਲਣਾ। ਉਹ ਖੇਡਣ ਦੀ ਬਜਾਏ ਖਿਡੌਣੇ ਵੇਚ ਰਹੇ ਨੇ। ਜਿਸ ਉਮਰ ਵਿੱਚ ਜਿਹੜੀ ਉਮਰ ਖੇਡਣ ਦੀ ਹੈ, ਉਸ ਉਮਰ ਵਿੱਚ ਖਿਡੌਣਿਆਂ ਨਾਲ ਖੇਡਣ ਦੀ ਬਜਾਏ ਖਿਡੌਣੇ ਵੇਚਣੇ ਪੈ ਜਾਣ, ਤੁਸੀਂ ਖਿਆਲ ਕਰੋ ਉਹ ਬੱਚੇ ਦਾ ਸਬਰ ਕਿੱਡਾ ਹੋਏਗਾ, ਤੇ ਉਹ ਬੱਚਾ ਕਿੰਨਾ ਕੁ ਜ਼ਿਆਦਾ ਪ੍ਰਸੰਨਤਾ ਦਾ ਭਰਿਆ ਹੋਏਗਾ ਆਪਣੇ ਹਿਰਦੇ ਕਰਕੇ। ਇਹਨੂੰ ਖੁਦ ਵਿਚਾਰਿਓ। ਤੇ ਉਹ ਬਾਲਕ ਜਿਹਦੇ ਪ੍ਰਤੀ ਮਾਂ ਦੀ ਵੀ ਇਹ ਆਸ ਸੀ, ਪਿਤਾ ਵੀ ਚਾਹੁੰਦਾ ਸੀ ਵੀ ਅਸੀਂ ਇਹਨੂੰ ਪੜ੍ਹਾ ਲਿਖਾ ਕੇ ਚੰਗਾ ਵਧੀਆ ਪਰਸਨ ਬਣਾਉਣਾ, ਉੱਚੇ ਅਹੁਦੇ ਦੇ ਕਾਬਿਲ ਬਣੇ, ਇਹਨੂੰ ਅਸਲ ਰਸੂਖ ਵਾਲਾ ਬਣਾਉਣਾ ਹੈ। ਤੇ ਉਹ ਅਸਲ ਰਸੂਖ ਵਾਲਾ ਬੱਚਾ ਜਦੋਂ ਸਿਰ ਤੇ ਟੋਕਰੀ ਚੁੱਕ ਕੇ ਤੇ ਘੁੰਗਣੀਆਂ ਵੇਚਦਾ ਹੋਏਗਾ, ਉਹ ਕਿੰਨਾ ਕੁ ਸੁਖੀ ਹੋਏਗਾ। ਪਰ ਮਾਂ ਦੀਆਂ ਵੀ ਅਰਦਾਸਾਂ ਨੇ, ਪਿਤਾ ਦੀਆਂ ਵੀ ਅਰਦਾਸਾਂ ਨੇ, ਅਰਜ਼ੋਈਆਂ ਨੇ, ਕਿਤੇ ਨਾ ਕਿਤੇ ਨਾਨੀ ਦੀਆਂ ਵੀ ਅਰਦਾਸਾਂ ਬਹੁਤ ਨੇ ਅਕਾਲ ਪੁਰਖ ਅੱਗੇ। ਕਿਉਂਕਿ ਨਾਨੀ ਇੱਕ ਦਿਨ ਐਸਾ ਵੀ ਆਉਂਦਾ ਜੀਵਨ ਵਿੱਚ ਜਿਸ ਦਿਨ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਇਹ ਗੱਲ ਕਹਿੰਦੀ ਵੀ ਰੱਬਾ, ਤੂੰ ਮੇਰੇ ਪੁੱਤਰ ਨੂੰ ਜਿਗਰਾ ਬੜਾ ਵੱਡਾ ਦਿੱਤਾ, ਇਹਨੂੰ ਵੰਡਣ ਦਾ ਤੂੰ ਬਲ ਬਹੁਤ ਦਿੱਤਾ, ਬੜਾ ਵੱਡਾ ਜਿਗਰਾ ਦਿੱਤਾ। ਕਿਉਂਕਿ ਖਿਆਲ ਕਰਿਓ, ਵੰਡਣਾ ਵੀ ਬਿਨਾਂ ਮਨ ਤੋਂ, ਬਿਨਾਂ ਜਿਗਰੇ ਤੋਂ ਸ਼ਾਇਦ ਅਸੀਂ ਵੰਡ ਵੀ ਨਾ ਸਕੀਏ। ਜਦੋਂ ਤੱਕ ਸਾਡਾ ਮਨ ਵੰਡਣ ਨੂੰ ਹਿਰਦਾ ਹੀ ਨਾ ਤਿਆਰ ਹੋਵੇ, ਅਸੀਂ ਕੀ ਵੰਡ ਲਾਂਗੇ। ਤੇ ਨਾਨੀ ਇਹ ਕਹਿੰਦੀ ਹੈ ਵੀ ਪ੍ਰਮਾਤਮਾ ਜੀ, ਅਕਾਲ ਪੁਰਖ ਜੀ, ਤੁਸੀਂ ਮੇਰੇ ਪੁੱਤਰ ਨੂੰ ਵੰਡਣ ਦਾ ਹਿਰਦਾ ਬੜਾ ਵੱਡਾ ਦਿੱਤਾ ਹੈ, ਪਰ ਕੀ ਕਰਾਂ, ਇਹਦੇ ਹੱਥਾਂ ਵਿੱਚ ਤੁਸੀਂ ਕੁਝ ਨਹੀਂ ਦਿੱਤਾ, ਜਾਂ ਤੇ ਇਹਦੇ ਹੱਥਾਂ ਵਿੱਚ ਵੀ ਇੰਨਾ ਕੁ ਦੇ ਦਿਓ ਵੀ ਇਹ ਵੰਡ ਦਾ ਥੱਕੇ ਹੀ ਨਾ। ਨਾਨੀ ਦੀਆਂ ਵੀ ਅਰਦਾਸਾਂ ਨੇ। ਜਿੱਥੇ ਨਾਨੀ ਦੀਆਂ ਅਰਦਾਸਾਂ ਨੇ, ਪਿੰਡ ਬਾਸਰ ਕੇ, ਜਿੱਥੋਂ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖੇਡ ਐਸੀ ਕਲਾ ਵਾਪਰਦੀ ਹੈ, ਗੁਰੂ ਅਮਰਦਾਸ ਸਾਹਿਬ ਨਾਲ ਮਿਲਾਪ ਹੁੰਦਾ, ਤੇ ਸਤਿਗੁਰੂ ਅਮਰਦਾਸ ਸਾਹਿਬ ਨਾਲ ਮੇਲ ਤੋਂ ਬਾਅਦ ਵਿੱਚ ਸ਼ਾਇਦ ਉਹ ਸਾਰੀਆਂ ਕਮੀਆਂ ਮੁੱਕ ਗਈਆਂ ਜਿਹੜੀਆਂ ਕਦੇ ਜੇਠੇ ਨੇ ਨਿੱਕੀ ਉਮਰ ਵਿੱਚ ਵੇਖੀਆਂ ਨੇ। ਮਾਂ ਦੀ ਵੀ ਕਮੀ ਮੁੱਕ ਗਈ, ਪਿਤਾ ਦੀ ਕਮੀ ਵੀ ਮੁੱਕ ਗਈ,
ਤੇ ਬਾਕੀ ਜੋ ਸੰਸਾਰਕ ਕਮੀਆਂ ਸਨ ਸਾਰੀਆਂ ਉਹ ਵੀ ਮੁੱਕ ਗਈਆਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਨੇ ਮਾਂ ਤੇ ਪਿਓ ਬਣ ਕੇ ਸੰਭਾਲਿਆ ਭਾਈ ਜੇਠਾ ਜੀ ਨੂੰ। ਹੁਣ ਉਹ ਜਦੋਂ ਸਾਂਭਿਆ ਗਿਆ ਗੁਰੂ ਨਾਨਕ ਦੇ ਘਰ ਨੇ ਸੰਭਾਲਿਆ ਭਾਈ ਜੇਠਾ ਜੀ ਨੂੰ, ਸੁਭਾਵਿਕ ਜਿਹੀ ਗੱਲ ਹੈ ਵੀ ਜੈਸੀ ਸੰਗਤ ਕਰਾਂਗੇ ਰੰਗਤ ਤੇ ਵੈਸੀ ਚੜ੍ਹਨੀ ਹੈ ਨਾ। ਗੁਰੂ ਅਮਰਦਾਸ ਸਾਹਿਬ ਦੇ ਦਰ ਤੋਂ ਗੁਰੂ ਨਾਨਕ ਦੀ ਵਡਿਆਈ, ਗੁਰੂ ਨਾਨਕ ਦੇ ਘਰ ਦੀ ਸ਼ੋਭਾ, ਗੁਰੂ ਨਾਨਕ ਦੀ ਬਾਣੀ ਪੜ੍ਹਨ ਨੂੰ ਵੀ ਮਿਲੀ, ਸੁਣਨ ਨੂੰ ਵੀ ਮਿਲੀ, ਸੇਵਾ ਕਰਨ ਨੂੰ ਵੀ ਮਿਲੀ। ਉਹ ਐਸੀ ਕਲਾ ਵਾਪਰੀ ਕਿ ਉਹ ਜਿਹੜਾ ਖਾਲੀਆਂ ਨੂੰ ਵੀ ਭਰ ਦੇਣ ਵਾਲਾ ਅਕਾਲ ਪੁਰਖ ਪਰਮੇਸ਼ਵਰ ਅਪਾਰ ਹੈ ਨਾ, ਉਹ ਅਪਾਰ ਹਿਰਦੇ ਵਿੱਚ ਅਪਾਰ ਨੂੰ ਭਰਨ ਵਾਲਾ, ਜਿਹੜਾ ਅਪਾਰ ਨੂੰ ਭਰ ਕੇ ਜਾਂ ਖਾਲੀਆਂ ਨੂੰ ਭਰਨ ਵਾਲਾ ਜਾਂ ਛੂਛਿਆਂ ਨੂੰ ਊਣਿਆਂ ਨੂੰ ਭਰਨ ਵਾਲਾ, ਉਸ ਅਕਾਲ ਪੁਰਖ ਨੂੰ ਜਦੋਂ ਆਪਣੇ ਹਿਰਦੇ ਵਿੱਚ ਟਿਕਾਇਆ ਤੇ ਇਹ ਭਾਈ ਜੇਠਾ ਜੀ ਦੇ ਜੀਵਨ ਜਿਹੜਾ ਉਹ ਵੀ ਸੁੱਖਾਂ ਦੇ ਨਾਲ, ਖੁਸ਼ੀਆਂ ਦੇ ਨਾਲ, ਪ੍ਰਸੰਨਤਾ ਦੇ ਨਾਲ ਭਰਿਆ ਗਿਆ। ਐਸਾ ਜੀਵਨ ਭਰਿਆ, ਜੀਵਨ ਦੇ ਸਾਰੇ ਦੁੱਖ ਤੇ ਤਕਲੀਫਾਂ ਮੁੱਕ ਗਈਆਂ। ਇੱਕ ਦਿਨ ਐਸਾ ਜੀਵਨ ਵਿੱਚ ਆਉਂਦਾ ਹੈ ਜਿਸ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪ ਹੱਥ ਰੱਖ ਕੇ ਜਾਂ ਆਪ ਹੱਥ ਕਰਕੇ ਭਾਈ ਜੇਠੇ ਵੱਲ ਆਖਦੇ, ਭਾਗਵਾਨੇ ਆ ਜੇਠੇ ਵਰਗਾ ਜੇਠਾ ਹੀ ਹੈ, ਦੂਜਾ ਸੰਸਾਰ ਤੇ ਇਹਦੇ ਵਰਗਾ ਕੋਈ ਨਹੀਂ ਹੈ। ਇੱਕ ਦਿਨ ਐਸਾ ਵੀ ਆਉਂਦਾ ਹੈ ਜਦੋਂ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ ਬਾਤ ਆਉਂਦੀ ਹੈ ਤੇ ਗੁਰੂ ਅਮਰਦਾਸ ਸਾਹਿਬ ਦੇ ਮਹਿਲ ਵੱਲੋਂ ਕੀ ਆਖਿਆ ਜਾਂਦਾ ਵੀ ਮੈਨੂੰ ਐਸਾ ਆਪਣੀ ਬੱਚੀ ਲਈ ਵਰ ਚਾਹੀਦਾ ਜਿੱਦਾਂ ਦਾ ਭਾਈ ਜੇਠਾ ਹੈ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਬੜੇ ਪ੍ਰਸੰਨਤਾ ਦੇ ਨਾਲ ਤੇ ਦਾਅਵੇ ਨਾਲ ਕਹਿੰਦੇ ਨੇ ਵੀ ਜਿੱਦਾਂ ਦਾ ਇਹ ਹੈ ਉਦਾਂ ਦਾ ਇਹ ਹੀ ਹੈ, ਵੀ ਜੇ ਤੈਨੂੰ ਭਾਈ ਜੇਠੇ ਵਰਗਾ ਚਾਹੀਦਾ ਤੇ ਫਿਰ ਭਾਈ ਜੇਠਾ ਹੀ ਹੈ। ਕੋਈ ਵੰਸ਼ ਨਹੀਂ, ਕੋਈ ਕਿਸੇ ਪ੍ਰਕਾਰ ਕੁਝ ਨਹੀਂ ਵੇਖਿਆ, ਸਿਰਫ ਇਹ ਹੀ ਹੈ ਨਾ, ਹੈ ਤੇ ਇਕੱਲਿਆਂ ਹੀ ਨਾ। ਪਰ ਵੇਖੋ ਹੈਰਾਨੀ ਦੀ ਗੱਲ ਹੈ, ਜਦੋਂ ਲੋੜ ਸੀ ਸਾਕ ਤੇ ਸੰਬੰਧੀਆਂ ਦੀ, ਰਿਸ਼ਤੇਦਾਰਾਂ ਦੀ, ਉਦੋਂ ਸਾਰਿਆਂ ਨੇ ਆਪਣੇ ਕਦਮ ਵੀ ਪਿੱਛੇ ਖਿੱਚ ਲਏ, ਸਾਰੇ ਮੁੜ ਗਏ ਉੱਥੋਂ ਵੀ ਅਸੀਂ ਨਾ ਹੀ ਸਾਂਭਣ ਵਾਲੇ, ਨਾ ਅਸੀਂ ਸੰਭਾਲ ਸਕਦੇ ਹਾਂ। ਪਰ ਜਿੱਦਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਨਿਵਾਜਿਆ, ਸਤਿਗੁਰੂ ਨੇ ਆਪਣੀ ਧੀ ਦਾ ਰਿਸ਼ਤਾ ਦੇ ਕੇ ਨਿਵਾਜਿਆ, ਉਦਣ ਸਾਰੇ ਰਿਸ਼ਤੇਦਾਰਾਂ ਨੂੰ ਵੀ ਚੇਤੇ ਆ ਗਿਆ ਵੀ ਭਾਈ ਜੇਠਾ ਸਾਡੀ ਵੰਸ਼ ਵਿੱਚੋਂ ਹੈ। ਉਦਣ ਚੱਲ ਕੇ ਵੀ ਆ ਗਏ। ਜਿਸ ਵਕਤ ਆਪਾਂ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਸੰਨਤਾ ਦੀ ਗੱਲ ਕਰਾਂਗੇ ਨਾ, ਜਦੋਂ ਉਹ ਅਕਾਲ ਪੁਰਖ ਪ੍ਰਸੰਨਤਾ ਵਰਤਾਉਂਦਾ, ਉਹ ਰਹਿਮਤ ਵਰਤਾਉਂਦਾ ਹੈ ਨਾ, ਤੇ ਉਹਦੀ ਰਹਿਮਤ ਅੱਗੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਫਿੱਕੀਆਂ ਪੈ ਜਾਂਦੀਆਂ ਨੇ। ਜਦੋਂ ਅਕਾਲ ਪੁਰਖ ਪਰਮੇਸ਼ਵਰ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਉਹ ਆਪ ਆਪਣੀ ਮਿਹਰ ਵਰਤਾਉਂਦਾ, ਤੇ ਖਿਆਲ ਕਰਿਓ ਦੁਨੀਆ ਦੀ ਹਰ ਤਾਕਤ, ਦੁਨੀਆ ਦੀ ਹਰ ਸਮਰੱਥਾ, ਦੁਨੀਆ ਦਾ ਹਰ ਸੁੱਖ ਐਸ਼ੋ ਆਰਾਮ ਅਕਾਲ ਪੁਰਖ ਦੀ ਕਿਰਪਾ ਅੱਗੇ ਫਿੱਕੀਆਂ ਪੈ ਜਾਂਦਾ ਜੇ। ਜਿੱਦਣ ਧੰਨ ਗੁਰੂ ਅਮਰਦਾਸ ਸਾਹਿਬ ਨੇ ਨਵਾਜਿਆ, ਉਦਣ ਸਾਰੇ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਚੇਤੇ ਆਇਆ ਵੀ ਭਾਈ ਜੇਠਾ ਸਾਡਾ ਹੈ। ਆ ਗਏ ਸਾਰੇ। ਪਰ ਅੱਗੋਂ ਹੈਰਾਨੀਜਨਕ ਇੱਕ ਫੇਰ ਕੌਤਕ ਵੇਖਣ ਨੂੰ ਮਿਲਦਾ। ਘਰ ਦਾ ਜਵਾਈ ਟੋਕਰਾ ਸਿਰ ਤੇ ਚੁੱਕਿਆ ਤੇ ਚੁੱਕਿਆ ਵੀ ਮਿੱਟੀ ਨਾਲ ਭਰਿਆ ਹੋਇਆ। ਕੱਪੜੇ ਵੀ ਸਾਰੇ ਹੁਣ ਸੇਵਾ ਕਰਦੇ ਆ। ਮਿੱਟੀ ਜਦੋਂ ਸਾਰੀ ਖੁਦਵਾਈ ਹੋ ਰਹੀ ਹੈ ਤੇ ਉਹ ਸਾਰੀ ਸੇਵਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਭਾਈ ਜੇਠਾ ਜੀ ਸੇਵਾ 'ਚ ਹਿੱਸਾ ਪਾ ਰਹੇ ਨੇ। ਉਹ ਕੱਪੜੇ ਉਦਾਂ ਦੇ ਹੀ ਹੋਣਗੇ ਸੇਵਾਦਾਰਾਂ ਦੇ ਜਿੱਦਾਂ ਦੇ ਹੁੰਦੇ, ਸੁਭਾਵਿਕ ਜਿਹੀ ਗੱਲ ਹੈ। ਜਦੋਂ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਚੱਲ ਕੇ ਆਏ ਤੇ ਉਹਨਾਂ ਆ ਕੇ ਭਾਈ ਜੇਠਾ ਜੀ ਨੂੰ ਵੇਖਿਆ, ਫੇਰ ਹੈਰਾਨ ਵੀ ਘਰ ਦਾ ਜਵਾਈ ਤੇ ਨੌਕਰਾਂ ਵਾਂਗੂ ਰੱਖਿਆ। ਆਗੇ ਗੁਰੂ ਅਮਰਦਾਸ ਸਾਹਿਬ ਕੋਲ ਵੀ ਸਤਿਗੁਰੂ ਜੀ ਉਹ ਤੇ ਮੰਨਿਆ ਅਸੀਂ ਬਾਲਕ ਹੈ, ਬੱਚਾ ਹੈ, ਵੀ ਤੁਸੀਂ ਤੇ ਸਿਆਣੇ ਹੋ ਨਾ, ਵੀ ਤੁਸੀਂ ਤੇ ਥੋੜਾ ਬਹੁਤਾ ਵਿਚਾਰ ਕਰਦੇ ਵੀ ਕਿਉਂ ਤੁਸੀਂ ਆਪਣੇ ਘਰ ਦੇ ਜਵਾਈ ਨੂੰ ਇਸ ਤਰ੍ਹਾਂ ਨੌਕਰਾਂ ਵਾਂਗੂ ਰੱਖਿਆ ਹੋਇਆ। ਤੇ ਭਾਈ ਜੇਠਾ ਜੀ ਨੂੰ ਜਦੋਂ ਪਤਾ ਲੱਗਦਾ ਚੱਲ ਕੇ ਆ ਗਏ ਤੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਅੱਗੇ ਹੱਥ ਜੋੜ ਕੇ ਮਾਫੀ ਮੰਗਦੇ ਵੀ ਸਤਿਗੁਰੂ ਇਹਨਾਂ ਨੂੰ ਕੀ ਪਤਾ ਆਪਣਾ ਰਿਸ਼ਤਾ ਕੀ ਹੈ, ਆਪਾਂ ਨੂੰ ਤੇ ਪਤਾ ਹੀ ਨਹੀਂ, ਇਹਨਾਂ ਨੂੰ ਤੇ ਪਤਾ ਹੀ ਕੋਈ ਨਹੀਂ ਵੀ ਸਾਡਾ ਆਪਸੀ ਰਿਸ਼ਤਾ ਕੀ ਹੈ। ਇਹਨਾਂ ਵੱਲੋਂ ਖਿਮਾ ਮੈਂ ਮੰਗਦਾ ਹਾਂ। ਸਤਿਗੁਰੂ ਰਾਮਦਾਸ ਪਾਤਸ਼ਾਹ ਆਪ ਭਾਈ ਜੇਠਾ ਨੇ ਫਿਰ ਮੁਆਫੀ ਮੰਗੀ।
ਇਹ ਪੱਖ ਮੈਂ ਤਾਂ ਰੱਖ ਰਿਹਾ, ਜੀਵਨ ਜਿੰਨਾ ਮਰਜ਼ੀ ਤਕਲੀਫਾਂ ਭਰਿਆ ਜਾਂ ਦੁੱਖਾਂ ਭਰਿਆ ਹੋਵੇ, ਪਰ ਜਦੋਂ ਪਰਮੇਸ਼ਵਰ ਦੀ ਯਾਦ ਚਿੰਤਨ ਉਹਦਾ ਹਿਰਦੇ ਵਿੱਚ ਟਿਕ ਜਾਂਦਾ ਹੈ ਨਾ, ਉਦੋਂ ਸਾਰੇ ਦੇ ਸਾਰੇ ਦੁੱਖ ਤੇ ਤਕਲੀਫਾਂ ਮੁੱਕ ਜਾਂਦੀਆਂ। ਸਾਰੇ ਦੇ ਸਾਰੀਆਂ ਵਿਪਤਾਵਾਂ, ਚਿੰਤਾਵਾਂ, ਝੋਰੇ, ਦੁੱਖ, ਮੁਸ਼ਕਲਾਂ ਜ਼ਿੰਦਗੀ ਚੋਂ ਖਤਮ ਹੋ ਜਾਂਦੀਆਂ, ਜਿਸ ਵਕਤ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਸੁੱਖਾਂ ਦਾ ਖਜ਼ਾਨਾ, ਜਦੋਂ ਅਸੀਂ ਉਹਨੂੰ ਆਪਣੇ ਹਿਰਦੇ 'ਚ ਟਿਕਾ ਲੈਨੇ ਆ, ਉਹਦੇ ਪ੍ਰਤੀ ਅੱਜ ਭੱਟ ਕੱਲ ਜੀ ਕਹਿ ਰਹੇ, ਕਹਿੰਦੇ ਦੁੱਖ ਭੰਜਨ ਆਤਮ ਪ੍ਰਬੋਧ, ਉਹ ਦੁੱਖਾਂ ਨੂੰ ਭੰਜਣ ਵਾਲਾ, ਆਤਮ ਨੂੰ ਪ੍ਰਬੋਧਣ ਵਾਲਾ ਮਨ ਤਤ ਵਿਚਾਰਿਓ। ਜਿਸ ਵਕਤ ਮਨ ਨੇ ਉਸ ਦੀ ਵਿਚਾਰ ਕਰਦੇ ਆ, ਆਪਣੇ ਵਿੱਚ ਉਹਦੀ ਯਾਦ ਨੂੰ, ਉਹਦੇ ਚਿੰਤਨ ਨੂੰ ਟਿਕਾ ਲਿਆ, ਹੋਇਆ ਕਿ ਅਪਰ ਭਰੇ, ਉਹ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਅਪਰ ਨੂੰ ਭਰਨ ਵਾਲਾ, ਉਹਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਤੁਸੀਂ ਆਪਣੇ ਹਿਰਦੇ 'ਚ ਟਿਕਾਇਆ, ਤੇ ਫਿਰ ਸਖਣਾ ਉਹਨੇ ਤੁਹਾਨੂੰ ਵੀ ਨਹੀਂ ਰਹਿਣ ਦਿੱਤਾ, ਤੁਹਾਨੂੰ ਵੀ ਉਹਨੇ ਹਮੇਸ਼ਾ ਲਈ ਐਸਾ ਭਰਿਆ, ਇੰਨਾ ਭਰ ਦਿੱਤਾ ਕਿ ਮਾਲਕ ਪਾਤਸ਼ਾਹ ਹੁਣ ਤੁਹਾਡੇ ਕੋਲੋਂ ਦੁਨੀਆ ਭਰੀ ਜਾਣ ਲੱਗ ਪਈ, ਪਰ ਤੁਸੀਂ ਕਦੇ ਊਣੇ ਨਹੀਂ ਹੋਏ। ਇੱਕ ਦਿਨ ਉਹ ਵੀ ਸੀ ਜਿਸ ਦਿਨ ਸਤਿਗੁਰੂ ਰਾਮਦਾਸ ਸਾਹਿਬ ਤੁਹਾਨੂੰ 2 ਵਕਤ ਦੇ ਪ੍ਰਸ਼ਾਦੇ ਦੀ ਲੋੜ ਸੀ, ਪਰ ਅੱਜ ਸਮਾਂ ਉਹ ਆਇਆ ਜਿਸ ਦਿਨ ਜਿਹਨੂੰ ਕਿਤੋਂ ਪ੍ਰਸ਼ਾਦਾ ਨਹੀਂ ਮਿਲਦਾ, ਸਤਿਗੁਰੂ ਰਾਮਦਾਸ ਸਾਹਿਬ ਉਹ ਤੇਰੇ ਦਰ ਤੇ ਚੱਲ ਕੇ ਆ ਕੇ ਆਪਣੇ ਪੇਟ ਦੀ ਪੂਰਤੀ ਕਰਦਾ। ਇਹ ਅਕਾਲ ਪੁਰਖ ਦੇ ਭਰੇ ਹੋਏ ਨੇ, ਉਹਨੇ ਭਰਿਆ ਤਾਂ ਹੀ ਭਰੇ ਗਏ ਨਾ। ਹੁਣ ਇੱਕ ਸਵਾਲ ਮੈਂ ਇੱਥੇ ਤੁਹਾਡੇ ਅੱਗੇ ਹੋਰ ਰੱਖਦਾ ਚੱਲਣਾ। ਮੰਨ ਲਓ ਭਾਈ ਜੇਠਾ ਜੀ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਨਾ ਆਉਂਦੇ, ਗੁਰੂ ਅਮਰਦਾਸ ਸਾਹਿਬ ਦੇ ਘਰ ਵਿੱਚ ਆ ਕੇ ਸੇਵਾ ਨਾ ਕਮਾਉਂਦੇ, ਕੀ ਸਾਨੂੰ ਪਤਾ ਹੁੰਦਾ ਵੀ ਭਾਈ ਜੇਠਾ ਕੌਣ ਹੈ? ਜਾਂ ਅਸੀਂ ਜਾਣਦੇ ਵੀ ਭਾਈ ਜੇਠਾ ਜੀ ਵੀ ਸੰਸਾਰ ਤੇ ਕੋਈ ਹੋਏ ਨੇ? ਜਾਂ ਕੀ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਣ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਜੇ ਉਹ ਚੱਲ ਕੇ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਨਾ ਆਉਂਦੇ? ਭਰਨ ਵਾਲਾ ਤੇ ਅਕਾਲ ਪੁਰਖ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਜਦੋਂ ਅਸੀਂ ਖੁਦ ਆਪ ਚੱਲ ਕੇ ਰੱਬ ਦੇ ਦਰ ਤੇ ਆਵਾਂਗੇ, ਅਸੀਂ ਆਪਣੇ ਭਾਂਡੇ ਨੂੰ ਤਿਆਰ ਕਰਾਂਗੇ, ਤਾਂ ਹੀ ਤੇ ਸਾਡੇ ਜੀਵਨ ਵਿੱਚ ਅਸੀਂ ਕਿਰਪਾ ਦੇ ਪਾਤਰ ਬਣਾਂਗੇ ਨਾ। ਤੇ ਜੇ ਅਸੀਂ ਆਪਣਾ ਭਾਂਡਾ, ਆਪਣਾ ਜਿਹੜਾ ਮਨ ਹੈ, ਹਿਰਦਾ, ਉਹਨੂੰ ਤਿਆਰ ਹੀ ਕੋਈ ਨਾ ਕੀਤਾ, ਤੇ ਫਿਰ ਕਿਸ ਢੰਗ ਨਾਲ ਅਸੀਂ ਰੱਬ ਦੀ ਕਿਰਪਾ ਦੇ ਪਾਤਰ ਬਣਾਂਗੇ? ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦਿਆਂ ਵੀ ਤੇ ਸਮਝਾਇਆ ਨਾ ਵੀ ਭਾਈ ਜੇ ਤੂੰ ਚਾਹੁੰਦਾ ਹੈ ਆਪਣੇ ਜੀਵਨ ਦੇ ਅੰਦਰ ਰੱਬ ਦੀ ਕਿਰਪਾ ਦਾ ਪਾਤਰ ਬਣਨਾ, ਤੇ ਫਿਰ ਸਭ ਤੋਂ ਪਹਿਲਾਂ ਤੈਨੂੰ ਇਹ ਖਿਆਲ ਕਰਨਾ ਪਏਗਾ, ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਆ ਤਰੀਕਾ, ਜੇ ਅਸੀਂ ਆਪਣੇ ਭਾਂਡੇ ਨੂੰ ਧੋਵਾਂਗੇ ਹੀ ਨਾ, ਤੇ ਉਦੋਂ ਅਸੀਂ ਕਿਵੇਂ ਫਿਰ ਆਪਣੇ ਬਰਤਨ ਵਿੱਚ, ਆਪਣੇ ਭਾਂਡੇ ਦੇ ਵਿੱਚ ਰੱਬ ਦੀ ਕਿਰਪਾ ਦਾ ਦੁੱਧ ਜਾਂ ਰੱਬ ਦੇ ਨਾਮ ਰੂਪੀ ਅੰਮ੍ਰਿਤ ਨੂੰ ਅਸੀਂ ਕਿਵੇਂ ਟਿਕਾਵਾਂਗੇ, ਜੇ ਅਸੀਂ ਆਪਣੇ ਹਿਰਦੇ ਦਾ ਬਰਤਨ ਹੀ ਸੁਥਰਾ ਨਾ ਕਰ ਸਕੇ? ਜ਼ਰੂਰਤ ਤੇ ਇਹ ਹੈ ਕਿਤੇ ਸਾਨੂੰ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠੇ ਜੀ ਵਾਂਗੂ ਆਪਣਾ ਹਿਰਦਾ ਜਿਹੜਾ ਉਹ ਗੁਰੂ ਨੂੰ ਸਮਰਪਣ ਕਰਨ ਦੀ ਜਾਚ ਆ ਜਾਏ, ਤੇ ਆਪਣੇ ਹਿਰਦੇ ਰੂਪੀ ਬਰਤਨ ਨੂੰ ਕਿਤੇ ਧੋਣ ਦੀ ਜਾਚ ਆ ਜਾਏ, ਤਾਂ ਜੋ ਅਸੀਂ ਵੀ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਪਾਤਰ ਬਣ ਸਕੀਏ, ਤੇ ਸਾਡੇ ਜੀਵਨ ਵਿਚਲੇ ਵੀ ਦੁੱਖ ਔਰ ਤਕਲੀਫ ਜਿਹੜੇ ਉਹਨਾਂ ਤੋਂ ਅਸੀਂ ਛੁਟਕਾਰਾ ਪਾਈਏ। ਦੁੱਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ, ਮਨ ਕਰਕੇ ਜਦੋਂ ਉਸ ਨੂੰ ਵਿਚਾਰਨਾ ਕੀਤਾ। ਸਦਾ ਚਾਏ ਹਰ ਪਾਏ, ਪ੍ਰੇਮ ਰਸ ਆਪੇ ਜਾਣੇ, ਸਤਿਗੁਰ ਕੈ ਪ੍ਰਸਾਦ, ਸਹਿਜ ਸੇਤੀ ਰੰਗ ਮਾਣੇ। ਹੁਣ ਹੋਇਆ ਕਿ ਐਸੀ ਖੇਡ, ਐਸੀ ਕਲਾ ਵਾਪਰੀ, ਸਦਾ ਚਾਏ, ਹੁਣ ਹਮੇਸ਼ਾ ਚਾਹ ਬਣਿਆ ਰਹਿੰਦਾ ਮਨ 'ਚ। ਹਰ ਭਾਏ, ਰੱਬ ਦੇ ਪ੍ਰੇਮ ਦਾ ਪ੍ਰੇਮ ਰਸ ਆਪੇ ਜਾਣੇ। ਹੁਣ ਅਕਾਲ ਪੁਰਖ ਪਰਮੇਸ਼ਵਰ ਦੇ ਰਸ ਨੂੰ ਜਾਣਨ ਦਾ, ਉਹਨੂੰ ਮੰਨਣ ਦਾ
ਜਾਂ ਉਹਦੀ ਪ੍ਰਾਪਤੀ ਦਾ, ਉਹਦੇ ਪ੍ਰੇਮ ਦਾ ਹਰ ਵਕਤ ਹਿਰਦੇ ਵਿੱਚ ਇੱਕ ਚਾਅ ਬਣਿਆ ਰਹਿੰਦਾ ਹੈ, ਇੱਕ ਇੱਛਾ ਬਣੀ ਰਹਿੰਦੀ ਹੈ, ਇੱਕ ਭਾਵਨਾ ਬਣੀ ਰਹਿੰਦੀ ਹੈ। ਸਤਿਗੁਰ ਕੈ ਪ੍ਰਸਾਦ। ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸਹਿਜ ਸੇਤੀ ਰੰਗ ਮਾਣੇ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਜਦੋਂ ਅਕਾਲ ਪੁਰਖ ਪਰਮੇਸ਼ਵਰ ਨੂੰ ਤੁਸੀਂ ਹਿਰਦੇ 'ਚ ਟਿਕਾਇਆ ਤੇ ਉਦੋਂ ਤੁਹਾਡੇ ਮਨ ਦੇ ਅੰਦਰ ਹੁਣ ਹਮੇਸ਼ਾ ਚਾਅ ਬਣਿਆ ਰਹਿੰਦਾ ਰੱਬ ਦੇ ਪ੍ਰੇਮ ਪ੍ਰਤੀ, ਰੱਬ ਦੇ ਪਿਆਰ ਪ੍ਰਤੀ ਜਾਂ ਰੱਬ ਦੇ ਪ੍ਰਤੀ ਤੁਹਾਡੇ ਹਿਰਦੇ 'ਚ ਚਾਅ ਬਣਿਆ ਰਹਿੰਦਾ ਹੈ ਤੇ ਹਮੇਸ਼ਾ ਤੁਸੀਂ ਉਹਦੇ ਰਸ ਨੂੰ ਜਾਣਦੇ ਹੋ, ਉਹਦੇ ਪ੍ਰੇਮ ਰਸ ਨੂੰ ਮਾਣਦੇ ਹੋ। ਸਤਿਗੁਰ ਕੈ ਪ੍ਰਸਾਦ, ਗੁਰੂ ਦੀ ਕਿਰਪਾ ਦੇ ਸਦਕਾ, ਮਤਲਬ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਰਹਿਮਤ ਦੇ ਸਦਕਾ ਸਹਿਜ ਸੇਤੀ ਰੰਗ ਮਾਣੇ ਤੁਸੀਂ ਸਹਿਜ ਸੁਭਾ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਰੰਗ ਜਿਹੜਾ ਉਹਨੂੰ ਮਾਨਣਾ ਕੀਤਾ। ਨਾਨਕ ਪ੍ਰਸਾਦ ਅੰਗਦ ਸਮਤ, ਗੁਰ ਅਮਰ ਅਮਰ ਵਰਤਾਇਓ। ਗੁਰ ਰਾਮਦਾਸ ਕਲ ਉਚਰੈ, ਤੈ ਅਟਲ ਅਮਰ ਪਦ ਪਾਇਓ। ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਬਣਦੇ ਨੇ, ਪਰ ਉਹ ਗੁਰੂ ਰਾਮਦਾਸ ਸਾਹਿਬ ਦੇ ਬਣਨ ਮਗਰ ਪ੍ਰਮਾਤਮਾ ਦੀ ਰਹਿਮਤ ਵੇਖੋ ਕਿਵੇਂ ਵਰਤ ਰਹੀ। ਭੱਟ ਕੱਲ ਜੀ ਕਹਿੰਦੇ ਨਾਨਕ ਪ੍ਰਸਾਦ, ਗੁਰੂ ਨਾਨਕ ਸਾਹਿਬ ਦੀ ਕਿਰਪਾ। ਅੰਗਦ ਸੁਮਤ, ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਚੰਗੀ ਸੁਮਤ, ਚੰਗੀ ਬੁੱਧੀ। ਗੁਰ ਅਮਰ, ਗੁਰੂ ਅਮਰਦਾਸ ਸਾਹਿਬ। ਹੁਣ ਇੱਥੇ ਖਿਆਲ ਕਰਿਓ, ਜਦੋਂ ਸ਼ਬਦ ਦੇ ਦਰਸ਼ਨ ਕਰੋਗੇ ਨਾ, ਗੁਰ ਦੇ ਰਾਰੇ ਨੂੰ ਵੀ ਸਿਹਾਰੀ ਤੇ ਅਮਰ ਦੇ ਰਾਰੇ ਨੂੰ ਵੀ ਸਿਹਾਰੀ ਹੈ। ਗੁਰ ਜਿਹੜਾ ਉਹ ਵਿਸ਼ੇਸ਼ ਤੇ ਵਿਸ਼ੇਸ਼ਣ, ਅਮਰ ਜਿਹੜਾ ਉਹ ਵਿਸ਼ੇਸ਼। ਗੁਰੂ ਅਮਰਦਾਸ ਸਾਹਿਬ ਜੀ ਦਾ ਵਿਸ਼ੇਸ਼ਣ ਹੈ ਗੁਰ। ਗੁਰੂ ਅਮਰ ਨੇ ਭਾਵ ਧੰਨ ਗੁਰੂ ਅਮਰਦਾਸ ਸਾਹਿਬ ਨੇ ਅਮਰ ਵਰਤਾਇਓ। ਇੱਥੇ ਅਮਰ ਦੇ ਰਾਰੇ ਨੂੰ ਔਂਕੜ ਹੈ, ਮਤਲਬ ਅਟਲ ਹੁਕਮ। ਉਹ ਅਕਾਲ ਪੁਰਖ ਪਰਮੇਸ਼ਵਰ ਦਾ ਹੁਕਮ ਜਿਹੜਾ ਉਹਨੂੰ ਪ੍ਰਚਲਿਤ ਕੀਤਾ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ, ਗੁਰੂ ਅੰਗਦ ਸਾਹਿਬ ਦੀ ਸਬੁੱਧ, ਉਹਨਾਂ ਦੀ ਮੱਤ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਅਕਾਲ ਪੁਰਖ ਦਾ ਹੁਕਮ ਜਿਹੜਾ ਉਹਨੂੰ ਵਰਤਾਇਆ, ਅਟਲ ਹੁਕਮ ਪ੍ਰਚਲਿਤ ਕੀਤਾ। ਫਿਰ ਜਾ ਕੇ ਗੁਰੂ ਰਾਮਦਾਸ ਸਾਹਿਬ ਬਣ ਕੇ ਭਾਈ ਜੇਠਾ ਜੀ ਬੈਠਦੇ ਨੇ। ਆ ਤਿੰਨਾਂ ਦੀ ਕਲਾ ਵਾਪਰੀ ਨਾ, ਕਿਰਪਾ ਗੁਰੂ ਨਾਨਕ ਸਾਹਿਬ ਦੀ, ਚੰਗੀ ਮੱਤ ਗੁਰੂ ਅੰਗਦ ਸਾਹਿਬ ਦੀ ਤੇ ਗੁਰੂ ਅਮਰਦਾਸ ਸਾਹਿਬ ਪਰਮਾਤਮਾ ਦਾ ਅਟਲ ਹੁਕਮ ਦੁਨੀਆ ਨੂੰ ਦੱਸ ਰਹੇ ਨੇ। ਉਹ ਦੁਨੀਆ ਦੇ ਲੋਕੋ, ਜੇ ਕਿਤੇ ਰੱਬ ਮਿਹਰ ਦੇ ਘਰ ਵਿੱਚ ਆ ਜਾਏ, ਅਕਾਲ ਪੁਰਖ ਪਰਮੇਸ਼ਵਰ ਕਿਤੇ ਕਿਰਪਾ ਕਰਦੇ, ਦੁਨੀਆ ਦੀ ਕੋਈ ਤਾਕਤ ਨਹੀਂ ਜੋ ਇਨਸਾਨ ਨੂੰ ਕਿਸੇ ਪ੍ਰਕਾਰ ਪਿੱਠ ਲਾ ਸਕਦੀ ਹੋਵੇ। ਜੇ ਰੱਬ ਤਖਤ ਤੇ ਬਿਠਾਵੇ ਤੇ ਦੁਨੀਆ ਦਾ ਕੋਈ ਬਲ ਨਹੀਂ ਜਿਹੜਾ ਤਖਤ ਤੋਂ ਉਤਾਰ ਸਕਦਾ ਹੋਵੇ। ਬਿਠਾਇਆ ਮਾਲਕ ਨੇ, ਆਪ ਬਿਠਾਇਆ। ਪੜ੍ਹ ਕੇ ਆਏ ਨਾ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਤੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਗੁਰੂ ਅਮਰਦਾਸ ਸਾਹਿਬ ਨੇ ਬਾਹ ਫੜੀ, ਪਕੜ ਕੇ ਬਾਹ ਤੇ ਧੰਨ ਗੁਰੂ ਰਾਮਦਾਸ ਬਣਾ ਕੇ ਭਾਈ ਜੇਠੇ ਨੂੰ ਤਖਤ ਤੇ ਬਿਠਾਇਆ। ਰੱਬ ਨੇ ਆਪ ਬਾਹ ਫਕੜੀ, ਭਾਈ ਜੇਠੇ ਨੂੰ ਜਾ ਕੇ ਤਖਤ ਤੇ ਬਿਠਾਇਆ। ਤੇ ਦੁਨੀਆ ਦਾ ਕਿਹੜਾ ਬਲ ਹੈ, ਕਿਹੜੀ ਤਾਕਤ ਹੈ ਜਿਹੜੀ ਭਾਈ ਜੇਠੇ ਜੀ ਨੂੰ ਤਖਤ ਤੋਂ ਉਤਾਰ ਸਕਦੀ, ਜਾਂ ਦੁਨੀਆ ਦੀ ਕਿਹੜੀ ਤਾਕਤ ਹੈ ਜਿਹੜੀ ਭਾਈ ਜੇਠੇ ਦੀ ਪਿੱਠ ਲਵਾ ਸਕਦੀ। ਪਿੱਠ ਉੱਤੇ ਥਾਪੜਾ ਗੁਰੂ ਅਮਰਦਾਸ ਸਾਹਿਬ ਦਾ ਹੈ, ਪਿੱਠ ਉੱਤੇ ਥਾਪੜਾ ਗੁਰੂ ਨਾਨਕ ਸਾਹਿਬ ਦਾ ਹੈ। ਤੇ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨਿਵਾਜਣ, ਜਿਹਨੂੰ ਪਰਮੇਸ਼ਵਰ ਆਪ ਆ ਕੇ ਨਿਵਾਜੇ, ਦੁਨੀਆ ਦਾ ਕੋਈ ਬਲ ਸਮਰੱਥਾ ਵਾਲਾ ਐਸਾ ਨਹੀਂ ਜਿਹੜਾ ਇਨਸਾਨ ਫਿਰ ਉਸ ਸ਼ਖਸ ਨੂੰ ਕਿਸੇ ਪ੍ਰਕਾਰ ਵੀ ਹਾਰ ਦੇ ਸਕਦਾ ਹੋਵੇ। ਨਿਵਾਜਿਆ ਮਾਲਕ ਨੇ ਆਪ। ਜਦੋਂ ਆਪ ਨਿਵਾਜਿਆ ਤੇ ਸਤਿਗੁਰੂ ਪਾਤਸ਼ਾਹ ਦੀ ਵਡਿਆਈ ਕਰਦੇ ਆ, ਆਖਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ, ਗੁਰੂ ਅੰਗਦ ਸਾਹਿਬ ਦੀ ਸਬੁੱਧੀ ਔਰ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਮਾਤਮਾ ਦਾ ਅਟਲ ਹੁਕਮ ਜਿਹੜਾ ਉਹਨੂੰ ਸੰਸਾਰ ਵਿੱਚ ਪ੍ਰਚਲਿਤ ਕੀਤਾ। ਗੁਰੂ ਰਾਮਦਾਸ ਕਲ ਉਚਰੈ, ਤੈ ਅਟਲ ਅਮਰ ਪਦ ਪਾਇਓ। ਭੱਟ ਕੱਲ ਜੀ ਕਹਿੰਦੇ ਮੈਂ ਉਚਾਰਨ ਕਰਦਾ ਆਖਦਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਇਸ ਹੁਕਮ ਦੇ ਸਦਕਾ ਆਪ ਜੀ ਨੇ ਅਟਲ ਅਮਰ ਪਦ ਜਿਹੜਾ ਉਹਨੂੰ ਹਾਸਲ ਕੀਤਾ। ਉਹ ਪਦਵੀ ਹਾਸਲ ਕੀਤੀ ਜਿਹੜੀ ਕਦੇ ਟਲਣ ਵਾਲੀ ਨਹੀਂ, ਉਹ ਪਦਵੀ ਹਾਸਲ ਕੀਤੀ ਜਿਹੜੀ ਕਦੇ ਮਰਨ ਵਾਲੀ ਨਹੀਂ, ਹਮੇਸ਼ਾ ਵਾਸਤੇ ਸਦੀਵ ਹੋਂਦ ਵਾਲਾ
ਪਦ ਅਵਸਥਾ ਜਿਹੜੀ ਤੁਸੀਂ ਉਹਨੂੰ ਹਾਸਲ ਕੀਤਾ। ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਸੈ। ਜ਼ਿਕਰ ਕੀਤਾ ਭੱਟ ਕੱਲ ਜੀ ਨੇ ਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਅਟਲ ਤੇ ਅਮਰ ਪਦ ਜਿਹੜਾ ਉਹਨੂੰ ਹਾਸਲ ਕੀਤਾ। ਉਹ ਪਦ ਮਿਲ ਗਿਆ, ਉਹ ਅਵਸਥਾ ਮਿਲ ਗਈ। ਹੁਣ ਉਸ ਅਵਸਥਾ ਤੇ ਬੈਠਿਆਂ ਕਿਹੜੀ ਖੇਡ ਵਰਤ ਰਹੀ ਹੈ? ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ। ਹੁਣ ਨਾ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ, ਜਾਂ ਇਉਂ ਕਹਿ ਲਓ ਭਾਈ ਜੇਠਾ ਜੀ ਦੇ ਕੋਲ ਸੰਤੋਖ ਦਾ ਬੜਾ ਵੱਡਾ ਸਰੋਵਰ ਹੈ। ਤੇ ਰਸਨਾ ਤੇ ਕੀ ਹੈ? ਅਮੈ ਰਸ, ਰੱਬ ਦਾ ਨਾਮ, ਉਹਦਾ ਅੰਮ੍ਰਿਤ ਰੂਪੀ ਨਾਮ ਜਿਹੜਾ ਉਹ ਰਸਨ ਦੇ ਉੱਤੇ ਹੈ। ਪ੍ਰਕਾਸ਼ ਹੈ, ਰਸਨਾ ਦੇ ਰਾਹੀਂ ਪ੍ਰਕਾਸ਼ ਰਿਹਾ ਅਮੈ ਰਸ। ਤੇ ਉਧਰੋਂ ਸੰਤੋਖ ਸਰੋਵਰ ਬਸ ਹੈ, ਸੰਤੋਖ ਦਾ ਸਰੋਵਰ ਜਿਹੜਾ, ਜਾਂ ਸਰੋਵਰ ਵਿੱਚ ਕਹਿ ਲਓ, ਸੰਤੋਖ ਦੇ ਸਰੋਵਰ ਵਿੱਚ, ਜਾਂ ਸੰਤੋਖ ਦਾ ਸਰੋਵਰ ਜਿਹੜਾ ਉਹ ਭਾਈ ਜੇਠਾ ਜੀ ਖੁਦ ਨੇ। ਜਿੰਨਾ ਸਬਰ ਭਾਈ ਜੇਠੇ ਕੋਲ ਹੈ, ਕੀ ਹੈ ਕਿਸੇ ਕੋਲ ਉਹਨਾਂ ਸਬਰ? ਸਬਰ ਹੀ ਹੈ ਨਾ ਜਿਹੜਾ ਇਹ ਪ੍ਰਗਟਾਵਾ ਕਰ ਰਿਹਾ ਕਿ ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ। ਸਬਰ ਹੀ ਹੈ, ਸੰਤੋਖ ਹੈ। ਦੁਨੀਆ ਦਾ ਬਾਦਸ਼ਾਹ ਹੋਵੇ ਨਾ, ਉਹਨੂੰ ਕਹੇ ਦੂਜੇ ਦਾ, ਰਾਜੇ ਦਾ ਪੁੱਤਰ ਆ ਕੇ ਕੋਈ ਸਵਾਲ ਕਰ ਲੇ ਤੇ ਅੱਗੋਂ ਜਵਾਬ ਉਹ ਨਾ ਪਤਾ ਨਹੀਂ ਕੀ ਦੇਗਾ, ਕਿਉਂ? ਉਹਨੂੰ ਇਹ ਹੈ ਮੈਂ ਬਾਦਸ਼ਾਹ ਆ। ਹੋ ਸਕਦਾ ਜਵਾਬ ਵੀ ਕੋਈ ਉਲਟ ਹੀ ਹੋਵੇ, ਪਤਾ ਨਹੀਂ ਕਿਸ ਜ਼ੁਬਾਨ ਤੋਂ ਉਹਨੇ ਬੋਲਣਾ, ਕਿੱਦਾਂ ਦੀ ਸ਼ਬਦਾਵਲੀ ਵਰਤਣੀ, ਕੋਈ ਪਤਾ ਨਹੀਂ। ਤੇ ਜੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਚੱਲ ਕੇ ਆ ਜਾਂਦੇ ਨੇ ਬਾਬਾ ਸ਼੍ਰੀ ਚੰਦ ਜੀ, ਤੇ ਉਹ ਪੁੱਛਦੇ ਵੀ ਤੁਸੀਂ ਐਡਾ ਦਾੜਾ ਭਾਰਾ ਕਿਉਂ ਵਧਾਇਆ? ਤੇ ਗੁਰੂ ਰਾਮਦਾਸ ਸਾਹਿਬ ਜੀ ਹੁਣ ਇਹ ਥੋੜੀ ਉਹਨਾਂ ਦਾ ਆਇਆਂ ਦਾ ਨਰਾਦਰ ਕਰਦੇ ਵੀ ਮੈਂ ਗੁਰਤਾ ਗੱਦੀ ਦਾ ਮਾਲਕ ਆ ਤੇ ਮੈਨੂੰ ਕੌਣ ਹੈ ਸਵਾਲ ਕਰਨ ਵਾਲੇ। ਇਹ ਕਿੱਡੀ ਨਿਮਰਤਾ ਭਾਵ ਤੇ ਕਿੱਡਾ ਸਬਰ। ਤਖਤ ਤੇ ਬੈਠਿਆਂ ਉੱਠੇ, ਪਹਿਲੋਂ ਉੱਠ ਕੇ ਜਵਾਬ ਦਿੱਤਾ ਤੁਸੀਂ ਗੁਰੂ ਨਾਨਕ ਦੇ ਪੁੱਤਰ ਹੋ, ਤੇ ਆ ਦਾੜਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਹੀ ਵਧਾਇਆ ਹੈ। ਇਹ ਚਰਨ ਝਾੜਨ ਲਈ ਹੈ ਤੁਹਾਡੇ ਵਰਗੇ ਸੰਤਾਂ ਦੇ, ਮਹਾਂਪੁਰਸ਼ਾਂ ਦੇ, ਭਲੇ ਪੁਰਸ਼ਾਂ ਦੇ। ਆ ਸੰਤੋਖ ਹੀ ਹੈ, ਸਬਰ ਹੀ ਹੈ। ਨਹੀਂ ਤੇ ਨਿੱਕੇ ਜੇ ਅਹੁਦੇ ਵਾਲਾ ਇਨਸਾਨ ਜਿਹੜਾ ਨਾ, ਉਹਦੀ ਸ਼ਬਦਾਵਲੀ ਵੀ ਬਦਲ ਜਾਂਦੀ ਹੈ। ਸੰਤੋਖ ਸਰੋਵਰ ਵਸੈ ਅਮੈ ਰਸ ਰਸਨ ਪ੍ਰਕਾਸ਼ ਹੈ। ਰਸਨਾ ਤੋਂ ਪ੍ਰਕਾਸ਼ ਦਾ ਕੀ ਹੈ? ਸਿਰਫ ਅੰਮ੍ਰਿਤ ਹੀ ਅੰਮ੍ਰਿਤ। ਜਦੋਂ ਗੁਰੂ ਰਾਮਦਾਸ ਸਾਹਿਬ ਬੋਲਦੇ ਤੇ ਅੰਮ੍ਰਿਤ ਦੇ ਝਰਨੇ ਚੱਲਦੇ ਨੇ। ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ। ਜਿਨ੍ਹਾਂ ਨੂੰ ਮਿਲਣ ਦੇ ਨਾਲ ਸ਼ਾਂਤੀ ਉਪਜਦੀ ਹੈ, ਜਿਨ੍ਹਾਂ ਨੂੰ ਮਿਲਣ ਦੇ ਨਾਲ ਸਾਰੇ ਦੇ ਸਾਰੇ ਦੁਰਤ ਦੁਰੰਤਰ ਜਿਹੜੇ ਉਹ ਨੱਸ ਜਾਂਦੇ ਨੇ, ਉਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਤੁਹਾਡੇ ਦਰ ਤੇ ਆਏ। ਤੁਸੀਂ ਸੰਤੋਖ ਦੇ ਬੜੇ ਵੱਡੇ ਸਰੋਵਰ ਹੋ। ਤੁਹਾਡੀ ਰਸਨਾ ਤੋਂ ਜਦੋਂ ਅਸੀਂ ਵੇਖਿਆ ਹਮੇਸ਼ਾ ਅੰਮ੍ਰਿਤ ਦਾ ਝਰਨਾ ਚੱਲਦਾ, ਤੁਹਾਨੂੰ ਮਿਲਣ ਦੇ ਨਾਲ ਹਿਰਦਾ ਸ਼ਾਂਤੀ ਨਾਲ ਭਰ ਜਾਂਦਾ। ਤੁਹਾਡੇ ਦਰ ਤੇ ਆਇਆ ਸਾਰੇ ਦੇ ਸਾਰੇ ਦੁੱਖ ਔਰ ਦੁਰੰਤ ਜਿਹੜੇ ਉਹ ਨਸ ਜਾਂਦੇ ਹਨ। ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੈ। ਸੰਜਮ ਸਤ ਸੰਤੋਖ ਸੀਲ ਸਨਾਹ ਮਫਟੈ। ਸੁਖ ਸਾਗਰ ਪਾਇਓ, ਸੁਖਾਂ ਦਾ ਸਾਗਰ ਜਿਹੜਾ ਉਹ ਹਾਸਲ ਕਰ ਲਿਆ। ਹੁਣ ਤੁਸੀਂ ਆਪ ਕਿਰਪਾ ਕੀ ਕਰਦੇ ਹੋ? ਦਿਨਤ ਹਰ ਮਗ ਨਾ ਹੁਟੈ।
ਤੁਸੀਂ ਸੁੱਖਾਂ ਦੇ ਸਾਗਰ ਗੁਰੂ ਅਮਰਦਾਸ ਸਾਹਿਬ ਨੂੰ ਹਾਸਲ ਕੀਤਾ। ਉਹਨਾਂ ਨੇ ਤੁਹਾਨੂੰ ਦਿਨਤ ਹਰ ਮਗ ਰੱਬ ਦਾ ਮਗ ਜਿਹੜਾ ਉਹ ਦਿੱਤਾ ਨਾ ਹੁਟੇ। ਹੁਣ ਤੁਸੀਂ ਉਸ ਮਗ ਤੋਂ ਹਟਦੇ ਨਹੀਂ ਹੋ, ਹਰ ਵਕਤ ਉਸੇ ਮਾਰਗ ਤੇ ਚੱਲਦੇ ਹੋ। ਉਸ ਮਾਰਗ ਤੋਂ ਕਦੇ ਪਰੋਖੇ ਨਹੀਂ ਹੋਏ, ਮਾਰਗ ਤੋਂ ਭਟਕੇ ਨਹੀਂ, ਮਾਰਗ ਤੋਂ ਕਦੇ ਪਾਸੇ ਨਹੀਂ ਹੋਏ। ਉਸੇ ਮਾਰਗ ਤੇ ਚੱਲਦੇ ਹੋ ਜਿਹੜਾ ਮਾਰਗ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਨੇ ਦੇ ਦਿੱਤਾ ਹੈ। ਉਸੇ ਮਾਰਗ ਤੇ ਤੁਰੇ ਜਾ ਰਹੇ ਹੋ। ਸੰਜਮ, ਸਤ, ਸੰਤੋਖ, ਹੁਣ ਇਹ ਸਾਰੇ ਗੁਣ ਤੁਹਾਡੇ ਵਿੱਚ, ਤੁਹਾਡੇ ਕੋਲ ਸੰਜਮ ਵੀ ਹੈ, ਸਤ ਵੀ ਹੈ, ਸੰਤੋਖ ਵੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੀਲ ਸੰਨਾਹ ਮਫੁੱਟੈ, ਤੇ ਜਿਹੜਾ ਤੁਹਾਡੇ ਕੋਲ ਸ਼ਾਂਤ ਸੁਭਾਅ ਵਾਲਾ, ਸ਼ੀਲਤਾ ਵਾਲਾ, ਸ਼ੀਤਲਤਾ ਵਾਲਾ ਜਿਹੜਾ ਤੁਹਾਡਾ ਸੁਭਾਅ ਹੈ ਨਾ, ਸੰਨਾਹ ਮਤਲਬ ਸੰਜੋਗ, ਕਵਚ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਤੁਹਾਡਾ ਜਿਹੜਾ ਸੰਜੋਗ ਸ਼ਾਂਤ ਸੁਭਾਅ ਵਾਲਾ ਮਫੁੱਟ ਹੈ, ਉਹ ਕਦੇ ਫੁੱਟਦਾ ਨਹੀਂ ਹੈ। ਤੁਸੀਂ ਸ਼ੀਤਲਤਾ ਦੇ ਪ੍ਰਤੀਕ ਹੋ, ਸੰਜਮਤਾ ਦੇ ਪ੍ਰਤੀਕ ਹੋ, ਸਤ ਦੇ ਪ੍ਰਤੀਕ ਹੋ, ਸੰਤੋਖ ਦੇ ਪ੍ਰਤੀਕ ਹੋ। ਧੰਨ ਗੁਰੂ ਰਾਮਦਾਸ ਸਾਹਿਬ ਆ ਸਾਰੇ ਗੁਣ ਤੁਹਾਡੇ ਜੀਵਨ ਵਿੱਚ ਨੇ, ਤੇ ਸ਼ੀਤਲਤਾ ਦਾ ਜਿਹੜਾ ਸੰਜੋਗ ਤੁਸੀਂ ਧਾਰਨ ਕੀਤਾ ਹੈ ਨਾ, ਉਹ ਕਦੇ ਫੁੱਟਦਾ ਨਹੀਂ ਹੈ। ਇੱਥੇ ਨਿੱਕਾ ਜਿਹਾ ਪੱਖ ਮੈਂ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਦਾ ਹੋਰ ਰੱਖਦਾ ਚੱਲਾਂ। ਗੁਰੂ ਰਾਮਦਾਸ ਸਾਹਿਬ ਜੀ ਨੂੰ ਨਿਵਾਜਣਾ ਨਾ, ਕਿਉਂਕਿ ਜਦੋਂ ਵੀ ਗੁਰਤਾ ਗੱਦੀ ਦੀ ਬਾਤ ਆਉਂਦੀ ਨਾ, ਤੇ ਪ੍ਰੀਖਿਆ ਪਹਿਲੋਂ ਖੜੋਤੀ ਹੈ। ਉਹ ਤੋਂ ਬਾਅਦ ਵਿੱਚ ਗੁਰਤਾ ਗੱਦੀ ਜਿਹੜੀ ਉਹਦੀ ਪ੍ਰਾਪਤੀ ਹੁੰਦੀ, ਪਹਿਲੋਂ ਪਰਖ ਹੈ। ਜੇ ਭਾਈ ਲਹਿਣਾ ਜੀ ਬੈਠੇ ਉਹਨਾਂ ਨੂੰ ਵੀ ਪਰਖਿਆ, ਗੁਰੂ ਅਮਰਦਾਸ ਸਾਹਿਬ ਬੈਠੇ ਉਹਨਾਂ ਨੂੰ ਵੀ ਪਰਖਿਆ, ਜੇ ਗੁਰੂ ਰਾਮਦਾਸ ਸਾਹਿਬ ਜੀ ਬੈਠਦੇ ਤੇ ਪਰਖ ਇਹਨਾਂ ਦੀ ਵੀ ਹੁੰਦੀ ਹੈ। ਅਗਾਂਹ ਫਿਰ ਗੁਰੂ ਅਰਜਨ, ਜਿਹੜੇ ਵੀ ਗੁਰੂ ਸਾਹਿਬਾਨ ਦਾ ਜੀਵਨ ਪੜਾਂਗੇ ਆਪਾਂ, ਪਹਿਲੋਂ ਪਰਖੇ ਸਾਰਿਆਂ ਦੇ ਸਾਰਿਆਂ ਨੂੰ। ਹੁਣ ਭਾਈ ਜੇਠਾ ਜੀ ਦੀ ਵੀ ਪਰਖ ਹੁੰਦੀ ਹੈ, ਨਾਲ ਭਾਈ ਰਾਮਾ ਜੀ ਖੜੋਤੇ ਨੇ। ਜਦੋਂ ਭਾਈ ਰਾਮਾ ਤੇ ਭਾਈ ਜੇਠਾ ਜੀ, ਮੈਂ ਇਹ ਜ਼ਿਕਰ ਇਹ ਕਰਨ ਲੱਗਾ, ਸੀਲ ਸਨਾਹ ਮਫੁੱਟੇ, ਸ਼ੀਤਲਤਾ ਟੁੱਟੀ ਨਹੀਂ, ਸਬਰ ਬਹੁਤ ਹੈ। ਪਹਿਲੋਂ ਪੜ੍ਹਾਏ ਹਾਂ ਆਪਾਂ ਕਿ ਗੁਰੂ ਰਾਮਦਾਸ ਸਾਹਿਬ ਤੁਸੀਂ ਸੰਤੋਖ ਦੇ ਬੜੇ ਵੱਡੇ ਸਰੋਵਰ ਹੋ, ਤੁਹਾਡਾ ਸੰਤੋਖ ਕਦੇ ਫੁੱਟਿਆ ਨਹੀਂ, ਸ਼ੀਤਲਤਾ ਤੁਹਾਡੀ ਕਦੇ ਫੁੱਟੀ ਨਹੀਂ ਹੈ। ਸਨਾਹ ਬੜੀ ਮਜ਼ਬੂਤ ਧਾਰਨ ਕੀਤੀ ਨਾ ਤੁਸੀਂ। ਕਵਚ ਜਿੰਨਾ ਮਜ਼ਬੂਤ ਹੋਏਗਾ ਉਨਾ ਹੀ ਜ਼ਿਆਦਾ ਭਲਾ ਹੈ। ਜੇ ਆਪਾਂ ਕਿਸੇ ਸੈਨਿਕ ਦੀ ਗੱਲ ਕਰਦੇ ਹਾਂ, ਸਿਪਾਹੀ ਦੀ ਗੱਲ ਕਰਦੇ ਹਾਂ, ਉਹਦੇ ਤਨ ਉੱਤੇ ਪਾਇਆ ਸੰਜੋਗ ਜਿੰਨਾ ਮਜ਼ਬੂਤ, ਉਨਾ ਹੀ ਉਹਨੂੰ ਮੌਤ ਦਾ ਡਰ ਘੱਟ ਹੁੰਦਾ ਹੈ, ਦੁਸ਼ਮਣ ਦੇ ਵਾਰ ਦਾ, ਘਾਤ ਦਾ ਡਰ ਘੱਟ ਹੁੰਦਾ ਹੈ। ਉਹਨੂੰ ਪਤਾ ਹੈ ਮੇਰਾ ਸਨਾਹ ਬਹੁਤ ਮਜ਼ਬੂਤ ਹੈ, ਮੇਰਾ ਕਵਚ ਬੜਾ ਬਲ ਵਾਲਾ ਹੈ। ਹੁਣ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਸਤਿਗੁਰੂ ਅਮਰਦਾਸ ਸਾਹਿਬ ਨੇ ਪਰਖਣਾ, ਤੇ ਪਰਖ ਕਰਨ ਲਈ ਦੋਵਾਂ ਨੂੰ ਇੱਕ ਇੱਕ ਥਾਂ ਦੇਤੀ। ਥਾਂ ਦੇ ਕੇ ਕੀ ਆਖਿਆ ਵੀ ਤੁਸੀਂ ਥੜਾ ਬਣਾਉਣਾ ਹੈ ਭਾਈ। ਥੜਾ ਕਿੱਦਾਂ ਦਾ ਬਣਾਉਣਾ ਹੈ? ਜਿੱਦਾਂ ਦਾ ਮੈਂ ਆਖਾਂਗਾ ਉਦਾਂ ਦਾ ਬਣਾਉਣਾ। ਕਹਿੰਦੇ ਜੀ ਠੀਕ ਹੈ ਸਤਿਗੁਰੂ ਰਾਮ ਅਮਰਦਾਸ ਪਾਤਸ਼ਾਹ ਜੀ, ਜਿਵੇਂ ਆਪ ਜੀ ਦਾ ਹੁਕਮ। ਹੁਣ ਹੁਕਮ ਹੋਇਆ, ਦੋਵੇਂ ਜਣੇ ਲੱਗ ਪਏ, ਹੈ ਦੋਵੇਂ ਹੀ ਜਵਾਈ। ਭਾਈ ਰਾਮਾ ਦੀ ਬੀਬੀ ਦਾਨੀ ਜੀ ਦੇ ਘਰੋਂ, ਤੇ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਨੂੰ ਆਪਾਂ ਭਾਈ ਜੇਠਾ ਜੀ ਬੀਬੀ ਭਾਨੀ ਜੀ ਦੇ ਘਰੋਂ। ਹੁਕਮ ਦੋਵਾਂ ਨੂੰ ਹੋਇਆ, ਲੱਗ ਗਏ ਦੋਵੇਂ ਜਣੇ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਣਾਇਆ। ਗੁਰੂ ਅਮਰਦਾਸ ਸਾਹਿਬ ਆਏ, ਆ ਕੇ ਕਹਿੰਦੇ ਵੀ ਠੀਕ ਨਹੀਂ ਬਣਿਆ, ਢਾ ਦਿਓ। ਦੋਵਾਂ ਨੇ ਢਾਤਾ। ਅਗਲਾ ਦਿਨ ਆਇਆ, ਫਿਰ ਕਹਿੰਦੇ ਅੱਜ ਫਿਰ ਥੜਾ ਬਣਾਉਣਾ, ਤੇ ਜਿੱਦਾਂ ਦਾ ਮੈਂ ਕਵਾਂਗਾ ਬਣਾਉਣਾ ਉਦਾਂ ਦਾ ਹੀ ਹੈ। ਕਹਿੰਦੇ ਜੀ ਠੀਕ ਹੈ। ਸਵੇਰੇ ਫੇਰ ਦੱਸਿਆ, ਸ਼ਾਮਾਂ ਤੱਕ ਬਣਾ ਲਿਆ। ਬਣਾਇਆ ਜਦੋਂ, ਤੇ ਧੰਨ ਗੁਰੂ ਅਮਰਦਾਸ ਸਾਹਿਬ ਆਏ ਵੇਖਣ ਵਾਸਤੇ, ਤੇ ਆ ਕੇ ਫੇਰ ਕਹਿਤਾ ਵੀ ਠੀਕ ਨਹੀਂ ਬਣਿਆ, ਢਾ ਦਿਓ। ਫੇਰ ਢਾਤਾ। ਤੀਜਾ ਦਿਨ ਫੇਰ ਆ ਗਿਆ। ਸਤਿਗੁਰੂ ਕਹਿੰਦੇ ਥੜਾ ਬਣਾਉਣਾ, ਦੋਵੇਂ ਫੇਰ ਖੜੋਤੇ। ਕਹਿੰਦੇ ਮਾਲਕ ਜੀ ਦੱਸੋ, ਬਣਾ ਲੈਨੇ ਆ। ਹੁਣ ਭਾਈ ਰਾਮਾ ਜੀ ਨੇ ਕੀ ਕੀਤਾ, ਜਿਵੇਂ ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਦੱਸ ਰਹੇ ਨਾ, ਤਿਵੇਂ ਤਿਵੇਂ ਉਹਨਾਂ ਨੇ ਪਹਿਲੋਂ ਹੇਠਾਂ ਬਣਾ ਲਿਆ, ਧਰਤੀ ਉੱਤੇ ਜ਼ਮੀਨ ਤੇ ਵਾਹ ਲਿਆ ਨਕਸ਼ਾ, ਜਿੱਦਾਂ ਦਾ ਦੱਸਿਆ ਉਹਨਾਂ ਬਣਾਉਣਾ ਸ਼ੁਰੂ ਕਰਤਾ। ਉਦਾਂ ਭਾਈ ਜੇਠਾ ਜੀ ਨੂੰ ਜਾ ਕੇ ਕਿਹਾ ਵੀ ਭਾਈ ਜੇਠਾ ਜੀ ਬਣਾਓ ਥੜਾ, ਤੇ ਉਹ ਫੇਰ ਬਣਾਉਣ ਲੱਗ ਪਏ। ਸ਼ਾਮਾਂ ਪਈਆਂ। ਸ਼ਾਮਾਂ ਪੈਣ ਤੇ ਜਦੋਂ ਭਾਈ ਰਾਮਾ ਜੀ ਕੋਲ ਆਏ, ਤੇ ਆ ਕੇ ਕਹਿੰਦੇ ਭਾਈ ਰਾਮਾ ਜੀ ਥੜਾ ਠੀਕ ਨਹੀਂ ਬਣਿਆ। ਤੇ ਅੱਗੋਂ ਜਵਾਬ ਕੀ ਦਿੱਤਾ, ਗੁਰੂ ਅਮਰਦਾਸ ਸਾਹਿਬ ਜੀ ਤੁਹਾਡੀ ਉਮਰ ਹੋ ਚੁੱਕੀ ਹੈ ਵਡੇਰੀ,
ਅੱਜ ਥੜਾ ਮੈਂ ਉਸੇ ਤਰ੍ਹਾਂ ਦਾ ਬਣਾਇਆ ਜਿੱਦਾਂ ਦਾ ਤੁਸੀਂ ਮੈਨੂੰ ਦੱਸ ਕੇ ਗਏ ਸੀ। ਤੁਸੀਂ ਸ਼ਾਮ ਪੈਂਦੀ ਤੱਕ ਭੁੱਲ ਜਾਂਦੇ ਹੋ ਜੋ ਸਵੇਰੇ ਦੱਸ ਕੇ ਜਾਂਦੇ ਹੋ। ਅੱਜ ਥੜਾ ਠੀਕ ਬਣਿਆ, ਅੱਜ ਢਾਉਣਾ ਨਹੀਂ ਢਾਇਆ। ਭਾਈ ਜੇਠਾ ਜੀ ਕੋਲ ਆ ਕੇ ਕਿਹਾ ਵੀ ਜੇਠਿਆ ਥੜਾ ਠੀਕ ਨਹੀਂ ਬਣਿਆ, ਢਾ ਦਿਓ। ਭਾਈ ਜੇਠੇ ਨੇ ਮਿੰਟ ਲਾਇਆ, ਢਾਉਣ ਲੱਗਿਆ। ਢਾ ਕੇ ਪਤਾ ਕੀ ਕਹਿੰਦੇ, ਸਤਿਗੁਰੂ ਅਮਰਦਾਸ ਸਾਹਿਬ ਜੀ ਮੈਨੂੰ ਤੁਸੀਂ ਨਾ ਸਵੇਰੇ ਦੱਸ ਕੇ ਜਾਂਦੇ ਹੋ ਤੇ ਮੈਂ ਬਣਾਉਂਦਾ ਹੀ ਭੁੱਲ ਜਾਣਾ। ਮੇਰੀ ਬੁੱਧੀ ਬੜੀ ਛੋਟੀ ਜਿਹੀ ਹੈ, ਤੁੱਛ ਜਿਹੀ ਬੁੱਧੀ ਹੈ। ਤੁਸੀਂ ਕਿਰਪਾ ਇੱਕ ਕਰ ਦਿਓ, ਮੇਰੇ ਕੋਲੇ ਖੜੋ ਕੇ ਨਾ ਆਪੇ ਹੀ ਬਣਵਾ ਲਓ, ਜਿਵੇਂ ਕਹੋਗੇ ਉਵੇਂ ਬਣਾਈ ਜਾਵਾਂਗਾ। ਮੈਨੂੰ ਭੁੱਲ ਜਾਂਦਾ, ਚੇਤੇ ਹੀ ਨਹੀਂ ਰਹਿੰਦਾ, ਆਪੇ ਕਿਰਪਾ ਕਰਕੇ ਬਣਾ ਲਓ। ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਹੋਣਾ ਨਾ, ਜਿਹੜਾ ਥੜਾ ਬਣਾਉਣਾ ਸੀ ਸੱਜਣਾ ਉਹ ਤੇ ਬਣ ਗਿਆ। ਹੁਣ ਆ ਵੀ ਪ੍ਰਵਾਨ ਹੈ ਤੇ ਉਹ ਵੀ ਪ੍ਰਵਾਨ ਹੈ, ਜਿੱਦਾਂ ਦਾ ਮਰਜ਼ੀ ਬਣਾ ਦੇ। ਜਿਹੜਾ ਥੜਾ ਮੈਨੂੰ ਚਾਹੀਦਾ ਸੀ ਉਹ ਬਣ ਗਿਆ। ਬਸ ਉੱਥੇ ਹੁਣ ਗੁਰੂ ਨਾਨਕ ਦੀ ਜੋਤ ਦਾ ਟਿਕਾਉਣਾ ਬਾਕੀ ਹੈ। ਥੜਾ ਤੇ ਬਣ ਗਿਆ। ਸੀਲ ਦਾ ਸਨਾ ਨਹੀਂ ਮਫੁੱਟਿਆ, ਉਹ ਇੰਨਾ ਕੁ ਜ਼ਿਆਦਾ ਮਜ਼ਬੂਤ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਜੀਵਨ ਚੋਂ ਕਦੇ ਵੀ ਉਹ ਸਨਾ ਟੁੱਟਦਾ ਨਹੀਂ, ਹਮੇਸ਼ਾ ਉਹ ਸਨਾ ਬਣਿਆ ਰਹਿੰਦਾ ਹੈ। ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ, ਜਗ ਜਸ ਤੂਰ ਬਜਾਇਓ। ਗੁਰ ਰਾਮਦਾਸ ਕਾਲੇ ਉਚਰੈ, ਤੈ ਆਪੈ ਅਮਰ ਪਦ ਪਾਇਓ। ਫਿਰ ਭੱਟ ਕਲ ਜੀ ਕਹਿੰਦੇ, ਸਤਿਗੁਰ ਪ੍ਰਮਾਣ ਬਿਧ ਨੈ ਸਿਰਿਓ। ਗੁਰੂ ਰਾਮਦਾਸ ਸਾਹਿਬ ਨੂੰ ਬਿਧ ਨੇ ਵਿਧਾਤੇ ਲਈ ਲਫ਼ਜ਼ ਵਰਤਿਆ ਗਿਆ, ਰੱਬ ਲਈ। ਸਿਰਿਓ ਮਤਲਬ ਸਿਰਜਣਾ। ਵਿਧਾਤੇ ਨੇ ਗੁਰੂ ਰਾਮਦਾਸ ਸਾਹਿਬ ਨੂੰ ਆਪ ਪ੍ਰਮਾਣਿਕ ਗੁਰੂ ਬਣਾ ਕੇ ਥਾਪਿਆ। ਜਦੋਂ ਪ੍ਰਮਾਣਿਕ ਗੁਰੂ ਬਣਾ ਕੇ ਥਾਪਿਆ ਤੇ ਹੋਇਆ ਕਿ ਜਗ ਜਸ ਤੂਰ ਵਜਾਇਓ। ਸਾਰੇ ਦਾ ਸਾਰਾ ਜਗਤ ਗੁਰੂ ਰਾਮਦਾਸ ਸਾਹਿਬ ਦੇ ਜਸ ਦਾ ਵਾਜਾ ਵਜਾਉਂਦਾ ਹੈ। ਗੁਰੂ ਅਮਰਦਾਸ ਸਾਹਿਬ ਪਰਮੇਸ਼ਵਰ ਆਪ ਵਿਧਾਤੇ ਨੇ ਕੀ ਕੀਤਾ? ਪ੍ਰਮਾਣਿਕ ਗੁਰੂ ਬਣਾ ਕੇ ਥਾਪਿਆ, ਗੁਰੂ ਰਾਮਦਾਸ ਬਣਾ ਕੇ ਤਖਤ ਤੇ ਬਿਠਾਤਾ। ਭਾਈ ਜੇਠਾ ਜੀ ਨੂੰ ਤਖਤ ਤੇ ਬਿਠਾਇਆ, ਗੁਰੂ ਰਾਮਦਾਸ ਸਾਹਿਬ ਬਣ ਗਏ। ਗੁਰੂ ਅਮਰਦਾਸ ਸਾਹਿਬ ਨੇ ਸਿਰ ਨਵਾਇਆ। ਇੱਥੇ ਹੀ ਬਸ ਨਹੀਂ, ਫਿਰ ਆਪਣੇ ਪੁੱਤਰਾਂ ਨੂੰ ਵੀ ਆਖਿਆ ਵੀ ਹੁਣ ਅੱਗੇ ਸਿਰ ਨਵਾਓ। ਬਕਾਇਦਾ ਨਵਾਇਆ। ਮੋਰੀ ਪੁੱਤ ਸਨਮੁਖ ਹੋਆ ਰਾਮਦਾਸ ਹੈ ਪੈਰੀ ਪਾਏ ਜਿਓ। ਪੈਰੀ ਪਾਇਆ, ਬਕਾਇਦਾ ਸਿਰ ਨਵਾਇਆ। ਜਿੱਥੇ ਉਹਨਾਂ ਨੇ ਸੀਸ ਨਵਾਇਆ ਉੱਥੇ ਨਾਲ ਸਾਰੀ ਦੀ ਸਾਰੀ ਸੰਗਤ ਜਿੰਨੀ ਖੜੋਤੀ ਹੈ ਸਾਰੀ ਨੇ ਕੀ ਕੀਤਾ? ਗੁਰੂ ਰਾਮਦਾਸ ਸਾਹਿਬ ਅੱਗੇ ਸੀਸ ਝੁਕਾਇਆ। ਕਿਉਂਕਿ ਸੰਗਤ ਨੂੰ ਤੇ ਪਤਾ ਹੈ ਨਾ, ਜੋ ਖੇਡ ਵਾਪਰਦੀ ਹੈ ਸੰਗਤ ਤੇ ਜਾਣਦੀ ਹੈ ਵੀ ਜਿੱਦਣ ਗੁਰੂ ਨਾਨਕ ਨੇ ਭਾਈ ਲਹਿਣੇ ਅੱਗੇ ਸੀਸ ਝੁਕਾਇਆ ਸੀ ਨਾ ਗੁਰੂ ਅੰਗਦ ਬਣਾ ਕੇ, ਤੇ ਸਾਰੀ ਸੰਗਤ ਨੂੰ ਹੁਕਮ ਹੋਇਆ ਸੀ ਅੱਜ ਤੋਂ ਬਾਅਦ ਗੁਰੂ ਤੁਹਾਡੇ ਇਹ ਨੇ, ਅੱਜ ਤੋਂ ਬਾਅਦ ਜੋਤ ਇਹਨਾਂ ਦੇ ਅੰਦਰ ਟਿਕੀ ਹੈ। ਔਰ ਹੈਰਾਨੀ ਦੀ ਗੱਲ ਹੈ, ਕੌਤਕ ਗੁਰੂ ਨਾਨਕ ਸਾਹਿਬ ਨੇ ਐਸਾ ਵਰਤਾਇਆ, ਜੋਤੀ ਜੋਤ ਸਮਾਉਣ ਤੋਂ 3 ਦਿਨ ਪਹਿਲਾਂ ਗੁਰਤਾ ਗੱਦੀ ਦਿੱਤੀ ਤੇ 3 ਦਿਨ ਮੁੜ ਕੇ ਬਾਅਦ ਗੁਰੂ ਨਾਨਕ ਸਾਹਿਬ ਆਪ ਆ ਕੇ ਗੁਰੂ ਅੰਗਦ ਪਾਤਸ਼ਾਹ ਦੇ ਦਰ ਤੇ ਸੰਗਤ ਵਿੱਚ ਬੈਠ ਕੇ ਤੇ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਦੀ ਵਿਚਾਰ ਉਦਾਂ ਹੀ ਸੁਣਦੇ ਰਹੇ ਜਿੱਦਾਂ ਸੰਗਤ ਆ ਕੇ ਸੁਣਦੀ ਹੈ। ਕਿਉਂਕਿ ਜੋਤ ਹੁਣ ਗੁਰੂ ਅੰਗਦ ਸਾਹਿਬ ਵਿੱਚ ਹੈ। ਇੱਕ ਸਿੱਖ ਰੂਪ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਬੈਠਦੇ ਰਹੇ। ਏਦਾਂ ਹੀ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਹੋਇਆ। ਹੁਣ ਜਿੱਦਣ ਧੰਨ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਤਖਤ ਦਿੱਤਾ ਹੈ,
ਸਤਿਗੁਰੂ ਰਾਮਦਾਸ ਸਾਹਿਬ ਤਖਤ ਤੇ ਬੈਠੇ ਨੇ, ਉਦਣ ਗੁਰੂ ਅਮਰਦਾਸ ਸਾਹਿਬ ਨੇ ਸੀਸ ਨਵਾਇਆ, ਸਿੱਖ ਬਣ ਕੇ ਅੱਗੇ ਬੈਠੇ ਹੀ ਨੇ ਨਾ। ਸਾਰੀ ਸੰਗਤ ਤੇ ਖੇਡ ਜਾਣਦੀ ਹੈ ਨਾ, ਜੋ ਕਲਾ ਵਰਤਦੀ ਹੈ। ਤੇ ਐਸੀ ਕਲਾ ਵਰਤੀ ਭੱਟ ਕੱਲ ਜੀ ਕਹਿੰਦੇ ਸਾਰੇ ਦੇ ਸਾਰੇ ਜਗਤ ਨੇ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਦੇ ਵਾਜੇ ਵਜਾਏ, ਉਹਨਾਂ ਦੀ ਸ਼ੋਭਾ ਦੇ ਵਾਜੇ ਵਜਾਏ। ਮਾਨੋ ਇਉਂ ਕਹਿ ਲਈਏ ਕਿ ਧੰਨ ਗੁਰੂ ਰਾਮਦਾਸ ਸਾਹਿਬ ਜਿੱਦਣ ਤਖਤ ਤੇ ਬੈਠੇ, ਸਾਰੀ ਦੀ ਸਾਰੀ ਦੁਨੀਆ ਨੇ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਜਸ ਗਾਇਆ, ਉਹਨਾਂ ਦੀ ਵਡਿਆਈ ਨੂੰ ਗਾਉਣਾ ਕੀਤਾ। ਗੁਰੂ ਰਾਮਦਾਸ ਕਲ ਉਚਰੈ ਤੈਂ ਅਭੈ ਅਮਰ ਪਦ ਪਾਇਓ। ਕੱਲ ਜੀ ਕਹਿੰਦੇ ਮੈਂ ਉਚਰਦਿਆਂ ਇਹ ਆਖਦਾ ਹਾਂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਅਭੈ ਔਰ ਅਮਰ ਪਦ ਜਿਹੜਾ ਉਹਨੂੰ ਹਾਸਲ ਕੀਤਾ। ਤੁਸੀਂ ਆਪਣੇ ਜੀਵਨ ਦੇ ਅੰਦਰ ਨਿਰਭੈਤਾ ਤੇ ਅਮਰਤਾ ਜਿਹੜੀ ਉਹਨੂੰ ਪ੍ਰਾਪਤ ਕੀਤਾ। ਇਹ ਵਡਿਆਈ ਧੰਨ ਗੁਰੂ ਅਮਰਦਾਸ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ। ਥੋੜਾ ਜਿਹਾ ਹੁਣ ਖਿਆਲ ਕਰਿਓ, ਭੱਟ ਕੱਲ ਜੀ ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਨੂੰ ਅਟਲ ਅਮਰ ਤੇ ਅਭੈ ਪਦ ਜਿਹੜਾ ਉਹ ਹਾਸਲ ਹੋਇਆ। ਇਹਦੇ ਤੋਂ ਅਸੀਂ ਮੁਨਕਰ ਕਦਾਚਿਤ ਵੀ ਨਹੀਂ ਹੋ ਸਕਦੇ। ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਕਦੇ ਮੁਨਕਰ ਨਹੀਂ ਹੋ ਸਕਦੇ। ਇਸ ਗੱਲ ਤੋਂ ਮੁਨਕਰ ਹੋਣਾ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੈ ਸਭ ਕੋਈ, ਗੁਰ ਪੂਰੇ ਕੀ ਵਡਿਆਈ ਤਾਕੀ ਕੀਮਤ ਕਹੀ ਨਾ ਜਾਈ। ਦੇ ਕੌਣ ਰਿਹਾ ਵਡਿਆਈ? ਗੁਰੂ ਹੀ ਦੇ ਰਿਹਾ ਨਾ। ਤੇ ਜਸ ਕੌਣ ਗਾ ਰਿਹਾ? ਜੈ ਜੈਕਾਰ ਕਰੈ ਸਭ ਕੋਈ, ਪਰ ਗਾਇਆ ਕਿਹਦਾ ਜਾ ਰਿਹਾ? ਹਰ ਮਨ ਤਨ ਵਸਿਆ ਸੋਈ, ਜਿਹਦੇ ਮਨ ਵਿੱਚ ਤੇ ਤਨ ਵਿੱਚ ਉਹ ਅਕਾਲ ਪੁਰਖ ਵਸ ਜਾਂਦਾ ਹੈ, ਸਾਰੇ ਦਾ ਸਾਰਾ ਜਗ ਜਸ ਗਾਉਂਦਾ ਹੈ। ਤੇ ਗੁਰੂ ਰਾਮਦਾਸ ਸਾਹਿਬ ਦਾ ਜਸ ਜਗਤ ਨੇ ਗਾਇਆ। ਕਿਉਂ ਗਾਇਆ? ਕਿਉਂਕਿ ਵਡਿਆਈ ਗੁਰੂ ਅਮਰਦਾਸ ਸਾਹਿਬ ਨੇ ਦਿੱਤੀ ਹੈ। ਐਸੀ ਵਡਿਆਈ ਦਿੱਤੀ ਵਿਧਾਤੇ ਨੇ ਆਪ, ਨੀ ਤਖਤ ਤੇ ਬਿਠਾਉਣ ਨੂੰ। ਜਿਵੇਂ ਪਹਿਲੋਂ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਨੇ, ਮੁੜ ਕੇ ਭਾਈ ਦਾਤੂ ਤੇ ਦਾਸੂ ਜੀ, ਫਿਰ ਉਸੇ ਤਰ੍ਹਾਂ ਬਾਬਾ ਮੋਹਨ ਤੇ ਮੋਹਰੀ ਵੀ ਨੇ ਬਿਠਾਉਣ ਨੇ ਤੇ ਬਿਠਾਇਆ। ਇਹਨਾਂ ਨੂੰ ਵੀ ਜਾ ਸਕਦਾ ਹੈ, ਪਰ ਜੋ ਵਿਧਾਤੇ ਦੀ ਖੇਡ ਹੈ, ਕਿਉਂਕਿ ਗੁਰਤਾ ਗੱਦੀ ਕਿਸੇ ਦੀ ਨਿੱਜੀ ਨਹੀਂ। ਇੱਕ ਖਿਆਲ ਤੇ ਇਹ ਹੈ, ਇਹ ਗੁਰੂ ਨਾਨਕ ਦੇ ਘਰ ਨੇ ਜੋ ਖੇਡ ਕਲਾ ਵਰਤਾਈ ਹੈ ਨਾ, ਉਹ ਕਲਾ ਇਸੇ ਲਈ ਵਰਤਾਈ ਵੀ ਆਹ ਜਿਹੜੀ ਜ਼ਿੰਮੇਵਾਰੀ ਹੈ ਕਿਸੇ ਦੀ ਨਿੱਜੀ ਨਹੀਂ ਹੈ। ਜਿਹੜਾ ਕਾਬਲ ਹੈ ਉਹੀ ਇਸ ਤਖਤ ਉੱਤੇ ਬੈਠਦਾ। ਤਖਤ ਉੱਪਰ ਸ਼ੋਭਾ ਹੈ, ਜੇ ਤਖਤ ਲਾਇਕ ਹੋਵੇ ਉਸੇ ਨੂੰ ਤਖਤ ਤੇ ਬਿਠਾ ਕੇ ਨਵਾਜਿਆ ਗਿਆ ਜਿਹੜਾ ਕਾਬਲ ਸੀ। ਨਹੀਂ ਤੇ ਸਨਮੁਖ ਹੁਣ ਆਪਾਂ ਬਾਕੀ ਗੁਰੂ ਸਾਹਿਬਾਨਾਂ ਦੇ ਵੇਲੇ ਤੇ ਕਹਿ ਦਾਂਗੇ ਜੀ ਉਦੋਂ ਤੇ ਸਿੱਖ ਇਹੀ ਸਨ ਜੋ ਨਜ਼ਰਾਂ ਵਿੱਚ ਆ ਰਹੇ ਸੀ। ਸੰਗਤ ਨੂੰ ਵੀ ਪਤਾ ਸੀ ਕਿ ਗੁਰੂ ਅਮਰਦਾਸ ਸਾਹਿਬ ਨੂੰ ਵਡਿਆਈ ਮਿਲਣੀ ਜਾਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਵਡਿਆਈ ਦੇਣੀ ਹੈ। ਪਰ ਜਿੱਦਣ ਭਾਈ ਲਹਿਣਾ ਜੀ ਨੂੰ ਵਡਿਆਈ ਮਿਲੀ ਸੀ ਉਸ ਦਿਨ ਇਹ ਬਾਤ ਵੀ ਹੋਈ ਹੈ, ਹੋ ਰਿਓ ਗੰਗ ਵਹਾਇਓਣ ਦੁਨਿਆਈ ਆਖੈ ਕੇ ਕਿਉਨ। ਦੁਨੀਆ ਵੀ ਆਖਦੀ ਵੀ ਇਹ ਕੀ ਖੇਡ ਵਰਤ ਰਹੀ ਹੈ। ਹੁਣ ਜਿੱਦਣ ਧੰਨ ਗੁਰੂ ਰਾਮਦਾਸ ਸਾਹਿਬ ਭਾਈ ਜੇਠਾ ਜੀ ਨੂੰ ਵਡਿਆਈ ਮਿਲ ਰਹੀ ਹੈ, ਦੁਨੀਆ ਤੇ ਉਦਣ ਵੀ ਸੋਚ ਰਹੀ ਹੋਣੀ ਨਾ ਵੀ ਖੇਡ ਕੀ ਵਰਤ ਰਹੀ ਹੈ। ਇੱਕ ਸੋਚਣ ਵਾਲੀ ਗੱਲ ਹੈ। ਐਵੇਂ ਨਹੀਂ ਸੀ ਧੰਨ ਗੁਰੂ ਰਾਮਦਾਸ ਸਾਹਿਬ ਬੋਲ ਉਠੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ। ਤੇ ਆ ਸੱਚ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਪਰ ਜਦੋਂ ਗੁਰੂ ਦਰ ਤੇ ਆਏ ਨਾ, ਉਦੋਂ ਗੁਰੂ ਨੇ ਜਿਹੜੀ ਵਡਿਆਈ ਦਿੱਤੀ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੈਨੂੰ ਥਾਪਿਆ ਉਹਨਾਂ ਨੇ। ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਸਾਰੇ ਹੀ ਹੱਥ ਖੜੇ ਕਰ ਗਏ ਸੀ ਨਾ, ਪਰ
ਜਦੋਂ ਸਾਰੇ ਹੱਥ ਖੜੇ ਕਰ ਜਾਣ ਫਿਰ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਉਹ ਅਕਾਲ ਪੁਰਖ ਆਪ ਨਿਵਾਜਣ ਵਾਲਾ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਤੇ ਸਤਗੁਰ ਪ੍ਰਮਾਣ ਬਿਧ ਨੈ ਸਿਰਿਓ ਜਗ ਜਸ ਤੂਰ ਵਜਾਇਓ। ਧੰਨ ਗੁਰੂ ਰਾਮਦਾਸ ਸਾਹਿਬ ਸਾਰੇ ਦਾ ਸਾਰਾ ਜਗਤ ਤੁਹਾਡਾ ਜਸ ਗਾਉਂਦਾ ਹੈ। ਤੇ ਇੱਕ ਇੱਕ ਗੁਰਬਾਣੀ ਦੀ ਪੰਕਤੀ ਕਿਤੇ ਪੜ੍ਹ ਕੇ ਵੇਖੋ। ਜਦੋਂ ਆਪਾਂ ਪੜ੍ਹਿਆ ਨਾ ਬਾਬਾ ਸੱਤਾ ਤੇ ਬਲਵੰਡ ਜੀ ਨੂੰ, ਉਹ ਵੀ ਆਖਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਹ ਸਾਰੀ ਕਲਾ ਹੀ ਉਸ ਅਕਾਲ ਪੁਰਖ ਦੀ ਹੈ। ਉਹਨੇ ਆਪ ਕਿਰਪਾ ਕਰਕੇ ਆਪ ਨਿਵਾਜ ਕੇ ਸਾਰੇ ਦੇ ਸਾਰੇ ਜਗਤ ਨੂੰ ਜਸ ਗਾਉਣ ਲਾਇਆ। ਅੱਜ ਹਰ ਬੰਦਾ ਇਹ ਆਖਦਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਆਪ ਰਹਿਮਤ ਕਰਕੇ ਕਿਤੇ ਸਾਨੂੰ ਵੀ ਨਵਾਜ ਲਓ। ਤੁਹਾਨੂੰ ਗੁਰੂ ਅਮਰਦਾਸ ਸਾਹਿਬ ਨੇ ਨਵਾਜਿਆ, ਕਿਰਪਾ ਸਾਡੇ ਤੇ ਕਰੋ ਕਿਤੇ ਸਾਡਾ ਵੀ ਹਿਰਦਾ ਰੂਪੀ ਬਰਤਨ ਇਸ ਢੰਗ ਨਾਲ ਅਸੀਂ ਤਿਆਰ ਕਰ ਲਈਏ ਤਾਂ ਜੋ ਤੁਹਾਡੀ ਕਿਰਪਾ ਦੇ ਪਾਤਰ ਬਣ ਕੇ ਤੇ ਤੁਹਾਡੇ ਦਰ ਤੋਂ ਅਸੀਂ ਵੀ ਨਵਾਜੇ ਜਾਈਏ। ਗੁਰੂ ਅੱਗੇ ਅਰਦਾਸ ਹਰ ਵਕਤ ਕਰਦੇ ਰਿਹਾ ਕਰੋ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। 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 ਭੂਲੇ ਮਾਰਗ ਜਿਨਹਿ ਬਤਾਇਆ। ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰਵਡ ਭਾਗੀ ਪਾਇਆ। ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਿਹਰ ਭਰਿਆ ਹੱਥ ਰੱਖਣ। ਕਿਤੇ ਮਾਲਕ ਜੀ ਦੀ ਰਹਿਮਤ ਸਦਕਾ ਅਸੀਂ ਵੀ ਆਪਣੇ ਜੀਵਨ ਜਿਹੜੇ ਉਹਨਾਂ ਨੂੰ ਸਫਲਿਆਂ ਬਣਾ ਸਕੀਏ ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਸਤਿਗੁਰ ਪ੍ਰਮਾਣ ਬਿਧ ਨੈ ਸਿਰਿਓ ਜਗ ਜਸ ਤੂਰ ਬਜਾਇਓ। ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।